ਚਾਹਨੇ ਆਪਣੀ ਤਾਰੀਫ ਆਪ ਹੈ ਨਾ। ਅਸਲ ਜਦੋਂ ਕੋਈ ਗੱਲ ਇਹ ਕਹਿੰਦਾ ਹੈ ਕਿ ਰਸੂਲੁल्लाह ਨੇ ਅੱਲਾਹ ਪਾਕ ਨੇ ਇਹ ਫਰਮਾਇਆ ਤੇ ਉਹ ਮੇਰੇ ਤੇ ਤੁਹਾਡੇ ਸਾਰਿਆਂ ਵਾਸਤੇ ਜਿਹੜੇ ਵੀ ਅੱਲਾਹ ਤਾਲਾ ਨੂੰ ਮੰਨਦੇ ਨੇ ਉਹਨਾਂ ਵਾਸਤੇ ਉਹ ਗੱਲ ਹੁਜਤ ਹੋ ਜਾਂਦੀ ਹੈ। ਮਤਲਬ ਅਸੀਂ ਕਹਿੰਦੇ ਹਾਂ ਇਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਇਹ ਫਰਮਾਨ ਹੈ, ਆਪ ਨੇ ਇਰਸ਼ਾਦ ਫਰਮਾਇਆ, ਉਹ ਵੀ ਸਾਰੇ ਮੰਨਣ ਵਾਲਿਆਂ ਵਾਸਤੇ ਹੁਜਤ ਹੋ ਜਾਂਦੀ ਹੈ। ਲੇਕਿਨ ਜਦੋਂ ਕੋਈ ਕਹਿੰਦਾ ਹੈ ਕਿ ਅਸੀਂ ਇਹ ਮੰਨਦੇ ਹਾਂ, ਮੈਂ ਮੰਨਣਾ, ਮੇਰਾ ਈਮਾਨ ਹੈ, ਤੇ ਉਹਦਾ ਈਮਾਨ ਹੈ ਜਿਹੜਾ ਕਹਿ ਰਿਹਾ ਉਹਦਾ ਮੇਰੇ ਨਾਲ ਕਿੱਦਾਂ ਲੱਗੇ। ਫਿਰ ਨਾਲ ਆਖਣਾ ਕਿ ਆਓ ਪਾਕਿਸਤਾਨ, ਤੁਸੀਂ ਆਓ ਪਾਕਿਸਤਾਨ। ਬਈ ਪਾਕਿਸਤਾਨ ਤੋਂ ਇਲਾਵਾ ਬਾਹਰ ਵੀ ਲੋਕ ਰਹਿੰਦੇ ਨੇ, ਉੱਥੇ ਵੀ ਕਾਨੂੰਨ ਪਾਕਿਸਤਾਨ ਦਾ ਚੱਲਦਾ ਵਾਲਾ। ਹਾਂ ਨਹੀਂ, ਇਹ ਸਾਰੀਆਂ ਗੱਲਾਂ ਅਸਲ ਵਿੱਚ ਤੂੰ ਮੈਂ ਵਾਲੀਆਂ, ਇਹਦਾ ਮਜ਼ਹਬ ਨਾਲ ਤੇ ਦੀਨ ਨਾਲ ਕੋਈ ਤਾਲੁਕ ਨਹੀਂ ਹੈਗਾ। ਇਹ ਸਿਰਫ ਲੜਾਈਆਂ। ਬਿਲਕੁਲ ਸਹੀ ਗੱਲ। ਸੈਣੀ ਸਾਹਿਬ ਤੇਰੀ ਗੱਲ ਸੁਣਦਾ ਬੜਾ ਮਜ਼ਾ ਆਉਂਦਾ ਤੇ ਬੜੀ ਸੋਹਣੀ ਗੱਲ ਕਰਦੇ ਹੋ। ਇਹ ਗੱਲ ਦੋ ਤੋਂ ਗੱਲ ਕਰੋ, ਗੱਲ ਖਤਮ। ਮੇਰੇ ਖਿਆਲ ਡਾਕਟਰ ਸਾਹਿਬ ਆ ਗਏ ਨੇ। ਤੇ ਸਾਰੇ ਤਕੱਬਰ ਚ ਆ ਜਾਂਦਾ ਉਦੋਂ ਹੀ ਉਹ ਬੰਦਾ ਗਮਰਾਹੀ ਵੱਲ ਤੁਰ ਪੈਂਦਾ। ਤਕੱਬਰ ਸਭ ਤੋਂ ਖਤਰਨਾਕ ਚੀਜ਼ ਹੈ। ਤੁਸੀਂ ਕਹਿ ਰਹੇ ਹੋ 3-4 ਦਿਨ ਤੇ ਇੱਥੇ ਰੋਸ਼ਨੀ ਹੁੰਦੀ ਰਹੀ ਹੈ ਤੇ ਬੜਾ ਅਸੀਂ ਮੁਸ਼ਕਿਲ ਚ ਪੈ ਰਹੇ ਹਾਂ, ਮੁਸੀਬਤ ਕੱਟਦੇ ਰਹੇ ਹਾਂ ਵੀ ਕਦੋਂ ਸਾਡਾ ਹਨੇਰਾ ਆਵੇ ਤੇ ਸਾਡੀ ਰੋਸ਼ਨੀ ਦੂਰ ਫਰਮਾਏ। ਸ਼ੁਕਰ ਹੈ ਤੁਸੀਂ ਆ ਗਏ ਹੋ ਤੇ ਹੁਣ ਅੱਲਾਹ ਦੇ ਫਜ਼ਲ ਨਾਲ ਮੇਰੀ ਤਰਫੋਂ ਸਭ ਨੂੰ ਸਲਾਮ। ਪਹਿਲਾਂ ਗੱਲ ਇਹ ਕੰਮ ਕਰੀਦਾ, ਅਸੀਂ ਤੇ ਕੰਮ ਦਾ ਟਾਈਮ ਹੁੰਦਾ। ਸਾਰਿਆਂ ਭਰਾਵਾਂ ਨੂੰ ਮੇਰੀ ਤਰਫੋਂ ਸਾਰਿਆਂ ਭਰਾਵਾਂ ਨੂੰ ਪਹਿਲਾਂ ਸਲਾਮ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਗੱਡੀ ਦੀਆਂ ਸਾਰੀਆਂ ਸਵਾਰੀਆਂ ਨੂੰ ਸਲਾਮ ਹੋਵੇ ਤੇ ਗੱਡੀ ਹਲੇ ਕੋਈ ਦੇਰ ਹੋਰ ਖਲੋਏਗੀ। ਉਹ ਨਾਲੇ ਤਾਂ ਮੈਂ ਗੱਲ ਪੁੱਛਣੀ ਸੀ, ਮੈਨੂੰ ਯਾਦ ਆ ਗਿਆ, ਮੈਂ ਕੰਮ ਕਰਨ ਲੱਗਾ। ਟੋਰ ਦਿਓ ਗੱਡੀ। ਮੈਂ ਸਿਰਫ ਉਹ ਇੱਕ ਦਿਨ ਕੀ ਹੋਇਆ ਕਿ ਇੱਥੇ ਨਮਾਜ਼ ਪੜ੍ਹਨ ਦੇ ਆਪਣਾ ਸਵਾਲੀਅਨ ਦੋ ਬੰਦੇ ਨਮਾਜ਼ ਪੜ੍ਹਨ ਦੇ ਤੇ ਮੈਂ ਪਹਿਲੀ ਵਾਰ ਜ਼ਿੰਦਗੀ 'ਚ ਵੇਖਿਆ। ਅੱਛਾ ਜੀ। ਉਹ ਨਮਾਜ਼ ਪੜ੍ਹਨ ਦੇ ਨਾ ਉਹਨੇ ਤਕਬੀਰ ਆਖੀ ਨਾ ਕੋਈ ਅੱਲਾਹੁ ਅਕਬਰ। ਚੱਲ ਮੈਂ ਹੈਰਾਨ, ਤਕਬੀਰ ਤੋਂ ਬਗੈਰ ਹੁੰਦੀ ਜਮਾਤ? ਤਕਬੀਰ ਦੇ ਬਗੈਰ ਵੀ ਹੋ ਜਾਂਦੀ ਹੋਣੀ ਹੈ, ਤਾਂ ਹੀ ਫਿਰ ਉਹਨਾਂ ਇੰਜ ਉਹ ਮੈਂ ਕੀਤਾ ਪੁੱਛਿਆ ਹੋਣਾ। ਹੋ ਸਕਤੀ ਹੈ, ਬਿਲਕੁਲ ਹੋ ਸਕਤੀ ਹੈ ਤਕਬੀਰ ਦੇ ਬਗੈਰ। ਅਜ਼ਾਨ ਦੇ ਬਗੈਰ ਤੇ ਹੋ ਜਾਂਦੀ ਹੈ, ਕਿਉਂਕਿ ਅਹਿਮਦੀ ਪਿਛਲੇ 40 ਸਾਲ ਤੋਂ ਬਗੈਰ ਅਜ਼ਾਨ ਦੀ ਨਮਾਜ਼ ਪੜ੍ਹੀ। ਨਹੀਂ ਅਜ਼ਾਨਾਂ ਹੁੰਦੀਆਂ ਨੇ, ਕਿਉਂ ਨਹੀਂ ਹੁੰਦੀਆਂ ਅਜ਼ਾਨਾਂ ਵਾਲ ਅੰਦਰ ਅਜ਼ਾਨ ਦੇਈਦੀ ਹੈ? ਨਹੀਂ ਕੋਈ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ? ਆਜੋ ਸਾਡੇ ਮਸਜਿਦ ਵੇਖ ਲਓ, ਆਖ ਹੁੰਦੀ ਕਿ ਨਹੀਂ ਹੁੰਦੀ? अंदर होती है अजान। बिल्कुल नहीं पाकिस्तान की नहीं होती अंदर। होती है नहीं कोई नहीं होती होती है हुसैनी साहब। ਕਿਸ ਤਰ੍ਹਾਂ ਦੀ ਗੱਲ ਕਰ ਰਹੇ? ਜਮਾਤ ਦਾ ਹੁਕਮ ਨਹੀਂ ਹੁੰਦੀ। ਦੇਖੋ ਮੈਂ ਜਿੰਨੀਆਂ ਮਸਜਿਦਾਂ ਪਾਕਿਸਤਾਨ 'ਚ ਵੀ, ਇੱਥੇ ਵੀ ਹਰ ਜਗ੍ਹਾ ਅਜ਼ਾਨ ਹੁੰਦੀ ਹੈ। ਬਿਲਕੁਲ ਪਾਕਿस्तान ਬਿਲਕੁਲ ਨਹੀਂ ਹੁੰਦੀ, ਪੱਕੀ ਗੱਲ। ਨਹੀਂ ਹੁਸੈਨੀ ਸਾਹਿਬ ਤੁਸੀਂ ਫਿਰ ਕਿ ਨਹੀਂ ਫਿਰ ਵੇਖਿਆ? ਮੈਂ ਦੇਖਿਆ, ਮੈਂ ਖੁਦ ਜਾ ਕੇ ਦੇਖਿਆ। ਮੈਂ ਸਪੀਕਰ ਅਜ਼ਾਨ ਹੁੰਦੀ ਪਹਿਲਾਂ ਹੁੰਦੀ ਰਹੀ ਆਪਣਾ 90 ਤੋਂ। ਮੈਂ ਵਿਟਨੈਸ ਹਾਂ ਇਸ ਗੱਲ ਦਾ ਕਿ ਪਾਕਿस्तान ਦੇ ਵਿੱਚ ਅੰਦਰ ਵੀ ਅਜ਼ਾਨ ਨਹੀਂ ਹੁੰਦੀ, ਰੱਬਾਂ 'ਚ ਨਹੀਂ ਹੁੰਦੀ, ਅੱਜ ਵੀ ਨਹੀਂ ਹੁੰਦੀ। ਨਾ ਸਾਡੇ ਅਜ਼ਾਨ ਮਸਜਿਦ 'ਚ ਹੁੰਦੀ, ਸਪੀਕਰ 'ਚ। ਉਹ ਪਤਾ ਨਹੀਂ ਤੁਸੀਂ ਕਿਤੇ ਮੁਲਤਾਨ ਵਿੱਚ ਹੋਵੋਗੇ। ਮੈਂ ਮੁਲਤਾਨ ਨਹੀਂ, ਸਾਡੇ ਪਿੰਡ 'ਚ ਹੁੰਦੀ ਰਹੀ ਏ। ਮੈਂ ਪਾਕਿस्तान ਦੀ ਗੱਲ ਕਰ ਰਿਹਾ, ਤੁਸੀਂ ਮੁਲਤਾਨ ਦੀ ਕਰ ਰਹੇ ਹੋ। ਮੈਂ ਪਾਕਿस्तान ਦੀ ਗੱਲ ਕਰਨ ਡਿਆ, ਆਪਣੇ ਪਿੰਡ ਦੀ। ਨਹੀਂ ਉਹ ਤੁਹਾਡਾ ਪਿੰਡ, ਫਿਰ ਹੋਰ ਕੋਈ ਗੱਲ ਹੋਏਗੀ। ਨਹੀਂ ਉੱਥੇ ਅਜ਼ਾਨ ਹੁੰਦੀ ਆ, ਲਾਣੀ ਪੰਜੇ। ਨਹੀਂ ਉਹ ਤੁਹਾਡੇ ਪਿੰਡ ਦੀ ਗੱਲਾਂ ਹੀ ਕੁਛ ਹੋਰ। ਚਲੋ ਯਾਰ ਛੱਡ ਦਿਓ ਯਾਰ, ਨਹੀਂ ਹੁੰਦੀ ਤੇ ਹੁੰਦੀ। ਇਹ ਜਿਹੜੇ ਸੰਡੇ ਅਸੀਂ ਤੇ ਅਕਸਰ ਮੁਖਤਲਿਫ ਇਲਾਕੇ ਫਿਰੇ ਆ ਸਾਰਾ। ਠੀਕ ਹੈ ਹੁੰਦੀ ਵੀ ਹੈ ਤੇ ਨਹੀਂ ਵੀ ਹੁੰਦੀ, ਬਸ ਠੀਕ ਹੈ। ਹੋ ਸਕਦਾ ਕਿਤੇ ਨਾਮ ਤੇ ਜਿਸ ਵਕਤ ਪਾਕਿस्तान ਵਿੱਚ ਅਜ਼ਾਨ ਦੇਣ ਦੇ ਉੱਤੇ 5000 ਰੁਪਏ ਜੁਰਮਾਨਾ ਤੇ ਉਹ ਜੁਰਮਾਨੇ ਹੁੰਦੇ ਗਰੀਬ ਇਲਾਕਿਆਂ 'ਚ, ਜਿੱਥੇ ਮਾਰੇ ਲੋਕ ਫਸਮਸਾਈ ਨਹੀਂ ਵਿਚਾਰਿਆਂ ਦਾ ਕੋਈ। ਉਹਨੂੰ ਇਸਤਸਨਾ ਕਹਿੰਦੇ ਨਾ। ਅਗਰ ਤੁਹਾਡੇ ਪਿੰਡ ਜਿੱਥੇ ਇਹਨਾਂ ਦਾ ਆਪਣਾ ਜ਼ੋਰ ਚੱਲਦਾ ਉੱਥੇ ਹੀ ਹੈ। ਮੈਂ ਸਾਡੇ ਉਹਦੇ ਨਹੀਂ ਚੱਲਦੀ ਚੀਜ਼। ਤੁਸੀਂ ਗੱਲ ਨਹੀਂ ਸਮਝੇ। ਇੱਕ ਹੁੰਦਾ ਕਾਨੂੰਨ ਤੇ ਇੱਕ ਹੁੰਦਾ ਤੁਸੀਂ ਆਪਣੀ ਜ਼ਾਤ ਵਿੱਚ ਕਿ ਤੁਸੀਂ ਆਪਣੇ ਕਮਰੇ 'ਚ ਖਲੋ ਕੇ ਕਿਤੇ ਅਜ਼ਾਨ ਦੇ ਲਈ। ਲੇਕਿਨ ਜਮਾਤ ਦੀ ਤਰਫੋਂ ਇਹ ਹਦਾਇਤ ਹੈ ਪਾਕਿस्तान ਦੀਆਂ ਜਮਾਤਾਂ ਨੂੰ ਕਿ ਉਹਨਾਂ ਨੇ ਅਜ਼ਾਨ ਨਹੀਂ ਦੇਣੀ, ਕਿਉਂਕਿ ਉਹਨਾਂ ਨੇ ਕਾਨੂੰਨ ਦੀ ਪਾਬੰਦੀ ਕੀਤੀ ਹੈ। ਇਹ ਹੁਣ ਪੀਨਲ ਕੋਡ ਦਾ ਹਿੱਸਾ ਹੈ। ਇਹ ਕਾਨੂੰਨਨ ਜੁਰਮ ਹੈ। ਅਗਰ ਤੁਸੀਂ ਅਜ਼ਾਨ ਦਿੰਦੇ ਹੋਏ ਫੜੇ ਜਾਓਗੇ ਤੇ ਤੁਹਾਨੂੰ ਸਜ਼ਾ ਹੋਏਗੀ। ਉਹ ਸਜ਼ਾਵਾਂ ਹੁੰਦੀ ਰਹਿੰਦੀ, ਦੁਨੀਆ ਬਹਿੰਦੀ ਆਈ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਸਜ਼ਾ ਨਹੀਂ ਕੱਟ ਸਕਦੇ, ਤੁਸੀਂ ਬਹਾਦਰ ਨਹੀਂ ਹੋ, ਤੁਸੀਂ ਘੋਲ ਨਹੀਂ ਪਵੇ। मोहम्मद साहब आप बात को क्यों नहीं समझ? 84 ਤੋਂ ਬਾਅਦ ਜਿਹੜੀ ਹੈ ਨਾ ਅਜ਼ਾਨ ਨਹੀਂ ਹੁੰਦੀ ਪਾਕਿस्तान ਵਿੱਚ। ਭਾਜੀ ਸਾਡੇ ਅਜ਼ਾਨ ਹੁੰਦੀ ਰਹੀ 84 ਕਿਵੇਂ ਯਾਰ ਚੁੱਪ ਕਰ ਜਾਓ ਯਾਰ। ਮੁਹੰਮਦ ਸਾਹਿਬ ਖੁਦਾ ਦਾ ਨਾਂ ਜੀ, ਤੁਸੀਂ ਕਰਦੇ ਰਹੇ ਹੋ, ਲੇਕਿਨ ਜਮਾਤ ਨੇ ਮਨਾ ਕੀਤੀ ਹੈ। ਉਹ ਮੈਨੂੰ ਨਹੀਂ ਪਤਾ। ਕਿਉਂ ਜੀ ਬਾਦੀ ਸਾਹਿਬ, ਮੇਰੀ ਗੱਲ ਠੀਕ ਹੈ ਜਾਂ ਨਹੀਂ? ਜੀ ਸਾਹਿਬ ਤੁਹਾਡੀ ਗੱਲ 100% ਦਰੁਸਤ ਹੈ। ਮੈਂ ਇਹ ਨਹੀਂ ਕਿ ਮੈਂ ਉਲਾਮਾ ਨਹੀਂ ਦੇ ਰਿਹਾ, ਕੋਈ ਬੁਰੀ ਗੱਲ ਨਹੀਂ ਕਿ ਮੈਨੂੰ ਮੇਰੇ ਇਲਮ ਵਿੱਚ ਹੈ ਕਿ ਉੱਥੇ ਅਜ਼ਾਨ ਨਹੀਂ ਹੁੰਦੀ, ਜਮਾਤ ਨੇ ਮਨਾ ਕੀਤਾ ਆ। ਜਿਸ ਵਕਤ
26 ਅਪ੍ਰੈਲ 1984 ਦਾ ਆਰਡੀਨੈਂਸ ਆਇਆ, ਉਸੇ ਰਾਤ ਨੂੰ ਹੀ ਉਹਨਾਂ ਨੇ ਸਰਕੂਲੇਟ ਕਰ ਦਿੱਤਾ ਕਿ ਕੱਲ ਸਵੇਰ ਤੋਂ ਅਜ਼ਾਨ ਨਹੀਂ ਹੋਏਗੀ, ਤਾਂ ਕਿ ਕੋਈ ਕੇਸ ਨਾ ਬਣ ਜਾਏ। 12 ਇਹਦੇ ਤੇ ਅਮਲ ਕੀਤਾ ਉਹਨਾਂ ਨੇ। ਮਿਲੇ ਨਾ ਉਹਨੂੰ ਪੁੱਛਿਓ ਕਿ ਉੱਥੇ ਅਜ਼ਾਨ ਦੀ ਇਜਤਮਾਲ ਹੁੰਦੇ ਸਾਰੇ ਪ੍ਰੋਗਰਾਮ ਦੇ ਸਾਡੇ ਨਾਲ ਸਰ ਮੰਨ ਲਿਆ ਯਾਰ ਹੁੰਦੀ ਹੈ ਯਾਰ, ਤੁਹਾਡੇ ਉੱਥੇ ਹੁੰਦੀ ਹੈ ਜ਼ਿਲ੍ਹਾ ਇਜਤਮਾ ਕਰਾਉਂਦੇ ਦੇਖੋ ਨਾ, ਨੇ ਤੁਹਾਡਾ ਮਸਲਾ ਜਿਹੜਾ ਹੈ ਉਹ ਜੁਰਤ ਦਾ, ਅਸਲ ਚ ਉਹਨੂੰ ਮੈਂ ਚੈਲੰਜ ਨਹੀਂ ਕਰ ਰਿਹਾ। ਇੱਕ ਦੋ ਆਏ ਨੇ ਮੌਲਵੀ ਨੇ ਕਿਹਾ ਜੁਰਤ ਆ ਕੇ ਆਓ ਭਾਈ, ਕੋਈ ਨਹੀਂ ਕਹਾਂ ਜੁਰਤ ਲਈ ਕਿਸੇ ਦੀ। ਕਿਹੜੇ ਪਿੰਡ 'ਚ, ਕਿਹੜੀ ਜਗ੍ਹਾ ਤੇ? ਮੇਰਾ ਪਿੰਡ ਹੈਗਾ ਆਪਣਾ ਇਹਦੇ ਕੋਲ ਕਿਲੇ ਕਲਰੇ ਨਾਲ ਪਟਿਆਲੀਆਂ। ਅੱਛਾ, ਤੇ ਉੱਥੇ ਅਜ਼ਾਨ ਹੁੰਦੀ ਹੈ? ਹੁੰਦੀ ਹੀ ਜਾਨ ਉੱਥੇ ठीक है होंगी हो ठीक। हुसैन जी साहब जी जी यार, आज आपने हज़रत मसीह मौत को इतनी गालियां और तकजीम निकाली है, बाकी अंबा कराम, ये क्या वजह थी? आपने उतारे ही नहीं नीचे लोगों को? कोई मेरे पास तो एक गाली भी नहीं किसी ने दी, कोई एक लफ्ज भी ऊंचा नहीं बोला। आपने साहब ਇਹਨਾਂ ਦੇ ਨਾਂ ਦੀ ਦੂਜੀ ਲੱਗੀ ਹੈ ओ यार चुप ते कर यार। आपके अलामा साहब आपके अलामा साहब ने आज वो गंद बोला है इश्क रसूल में, इतना गंद बोला ना कि जिसकी बिल्कुल बंदा ही पागल होया सी, जिवें वो कुत्ते ने सप खादा होया ना तो हलकाया जाता है, वो हाल था उसका। तो वो जो अहमदी थे वो आपकी ब्रॉड समझ के ऊपर जाते थे ਤੇ ਗਾਲਾਂ ਗੁਲਾਂ ਖਾ ਕੇ ਥੱਲੇ ਆ ਜਾਂਦੇ ਸਨ। ਇਹ ਗੱਲ ਪਛਾਣਨਾ ਮੇਰਾ ਤੇ ਖਿਆਲ ਹੈ ਕੋਈ ਮੁਸ਼ਕਲ ਨਹੀਂ ਹੁੰਦਾ ਕਿ ਇੰਜ ਬਰਾੜ ਆਦਮੀ ਸਮਝ ਕੇ ਤੇ ਭਲੇਖੇ ਚ 6 ਮਹੀਨੇ ਪਿਆ ਰਵੇ, ਉਹ 1-2 ਮਿੰਟ ਚ ਸਮਝ ਆ ਜਾਂਦੀ ਗੱਲ, ਬਿਹਤਰ ਤੋਂ ਹੀ ਸਮਝ ਜਾਂਦਾ ਬੰਦਾ ਜਿਹਨੂੰ ਇਹ ਪਛਾਣਨਾ। ਹਾਂ, ਉਹ ਕਈ ਨਹੀਂ ਨਾ, ਉਹ ਬਸ ਆਪਣਾ ਦਿਮਾਗ ਬੰਦ ਕਰਕੇ ਉੱਤੇ ਜਾ ਕੇ ਉਹ ਸ਼ੋਰ ਮਚਾਣਾ ਸ਼ੁਰੂ ਕਰ ਦਿੰਦੇ ਨੇ ਨਾ। ਇਹ ਠੀਕ ਹੈ ਤੁਹਾਡੀ। ਹੁਣ ਉਹ ਤਾਹਿਰ ਅਮਜਦ ਸਾਹਿਬ ਉਹ ਮੇਰਾ 3-4 ਦਫਾ ਵਹਾਬੀ ਗਲੀਜ਼ ਇਹ ਉਹ ਕਰ ਦੋ, ਮੈਂ ਕਿਹਾ ਇਹ ਕੀ ਹੋਇਆ ਹੈ? ਹੁਣ ਤਾਹਿਰ ਅਮਜਦ ਸਾਹਿਬ ਨੂੰ ਅਗਰ ਤਾਹਿਰ ਅਮਜਦ ਸਾਹਿਬ ਜੇ ਸਮਝਦਾਰ ਬੰਦੇ ਨੂੰ ਫਿਰ ਵਾਟਰ ਚੜ ਗਿਆ, ਫਿਰ ਵਾਟਰ ਨੇ ਜੋਸ਼ ਕੱਢਿਆ। ਹਾਂ, ਹੁਣ ਇਹ ਜਿਹੜੇ ਤੁਸੀਂ ਮੁਖਲਸੀਨ ਦਾ ਨਾਮ ਲੈ ਰਹੇ ਹੋ, ਇਹ ਸਵਾਬਾ ਦਾ ਮੁਕਾਮ ਰੱਖਣ ਵਾਲੇ ਬਜ਼ੁਰਗਾਨ ਨੇ। ਅਸਤਗਫਰ ਅੱਲਾ ਰਹਿਮ। ਇਹ ਮਤਲਬ ਪੜ੍ਹੇ ਲਿਖੇ ਜਮਾਤ ਪੈਦਾਇਸ਼ੀ ਅਹਿਮਦੀ ਜਮਾਤ ਦੇ ਥੰਮ ਨੇ, ਤੇ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਕਿਹੜੀ ਜਗ੍ਹਾ ਹੈ, ਇतना नहीं पता लगा। बिल्कुल आपकी बात मैं मानता हूँ, बिल्कुल सही। तो उत्ते लगे जान ते अलामा साहब ਅੱਜ ਉਹਨਾਂ ਨੂੰ ਪਤਾ ਨਹੀਂ ਕਿਹੜੀ ਸੂਈ ਗੈਸ ਲਾਈਏ ਕਿਸੇ ਸਾਡੇ ਕੋਲ ਇੱਥੇ। ਇਹ ਤੇ ਹੋ ਸਕਦਾ ਹੈ ਕਿ ਕੋਈ ਚਲਦਾ ਗੰਦਗੀ ਦਾ ਟਰੱਕ ਜਿਹੜਾ ਉਹਦੇ ਵਿੱਚੋਂ ਕੋਈ ਸ਼ੈ ਜਿਸ ਤਰ੍ਹਾਂ ਗੰਨੇ ਡਿੱਗ ਪੈਂਦੇ ਨੇ ਤੇ ਕੋਈ ਗੰਦ ਲਿਜਾ ਰਿਹਾ ਹੋਵੇ ਤੇ ਉਹਦੇ ਚੋਂ ਗੰਦ ਵੀ ਡਿੱਗ ਪਵੇ, ਤੇ ਉਹ ਤੇ ਹੋ ਸਕਦਾ। ਲੇਕਿਨ ਇਹ ਨਹੀਂ ਹੋ ਸਕਦਾ ਕਿ ਅਸੀਂ ਪੂਰਾ ਟਰੱਕ ਉਲਟਾਣ ਦੇਈਏ, ਉਹ ਨਹੀਂ। नहीं मैं मुझे समझ आ रही थी। और वो बहरहाल वो ये अगर आए तो लामा साहब को कि यार मेरी तौहीन तो ना करवाया, क्योंकि मेरी ब्रॉड का तुम चरबा उधर लगा के तो इतना गंद बकते हो, और इधर तुम ऐसे भेड़ियों के बकरी की खाल में बन के ते सैनी साहब ते अस्सलाम वालेकुम ते वालेकुम सलाम। तो ये ऐसे मुनाफिक हैं कि अनबिलीवेबल। और उधर जाके वो गंद गलाजत रसूलुल्लाह के इश्क में इतना गंद बकते हैं, दबा के पहरा देते हैं रसूलुल्लाह की हुर्मत का। क्या बात, बंदा हैरान परेशान कि ये हो क्या रहा है। चीज ये है कि अगर कोई अहमदी ना होवे उत्थे, फिर नहीं वो अहमदी भी नहीं ना रह सकते, वो भी तो वेले ने बेचारे। हाँ, अगर अहमदी उत्थे 100% ना, ਇੱਥੇ ਤੇ ਕਈ ਦਫਾ ਬਾਈਕਾਟ ਕਰਕੇ ਜਾਂਦੇ ਨੇ, ਬਹੁਤ ਬੁਰੀ ਹਾਲਤ ਹੈ, ਮੈਨੂੰ ਸਭ ਤੋਂ ਬੁਰਾ ਇਨਸਾਨ ਕਰਾਰ ਦਿੰਦੇ ਨੇ, ਇਹ ਸਾਰਾ ਕੁਝ ਕਰਦੇ ਨੇ, ਤੇ ਉੱਥੇ ਉਹਨਾਂ ਨੂੰ ਨਹੀਂ ਸਮਝ ਆਉਂਦੀ ਵੀ ਕੀ ਹੋ ਰਿਹਾ। ਅਹਿਮਦੀਆਂ ਦੀ ਸਾਦਕੇ ਤੇ ਭੋਲੇਪਨ ਤੇ ਵੀ ਆਦਮੀ ਕੁਰਬਾਨ ਜਾਏ। ਮੈਂ कहना मैं आप जाना बहुत ज्यादा कुर्बान ते वारी ते सदके। ਤੇ ਉਹ ਬੜੀ ਸਾਦਾ ਜੀ ਗੱਲ ਹੈ, ਆਦਮੀ 1-2 ਮਿੰਟ ਸਮਝ ਜਾਂਦਾ। ਬਾਕੀ ਇਹ ਹੈ ਕਿ ਕੋਈ ਆਦਮੀ ਅਗਰ ਅਹਿਮਦੀਆਂ ਦੀ ਦੁਸ਼ਮਣੀ ਦੇ ਵਿੱਚ ਬਰਾੜ ਕੱਲਾ ਹੀ ਲਗਾ ਕੇ ਤੇ ਲਾਊਡ ਸਪੀਕਰ ਦੇ ਉੱਤੇ ਗਾਲਾਂ ਕੱਢਦਾ ਰਹੇ ਔਰ ਅੱਧਾ ਪੌਣਾ ਘੰਟਾ ਜਾਂ ਸਵਾ ਘੰਟਾ ਜਿੱਥੇ ਤੱਕ ਉਹਨੂੰ ਤਾਕਤ ਹੋਵੇ ਤੇ ਉਹ ਕੱਢ ਕੇ ਫਿਰ ਥੱਕ ਜਾਏ ਤੇ ਫਿਰ ਭਾਵੇਂ ਚੈਨ ਟੁੱਟ ਜਾਏ ਤੇ ਉਹ ਕਰ ਲਵੇ ਬੇਸ਼ੱਕ, ਉਹਦੇ ਨਾਲ ਫਿਰ ਉੱਥੋਂ ਉਹਨੂੰ ਤੁਸੀਂ ਕੀ ਕਰਨਾ ਹੈ ਤੇ ਕਿਉਂ ਰੋਕਣਾ ਉਹਨੂੰ? नहीं रोक सकता, किसी को भी कोई भी नहीं रोक सकता। हर किसी की
سارے ڈپریشن میں ہیں اور انگزائٹی میں ہیں اور ان کو چاہیے آؤٹ لیٹ، کیونکہ باہر اس طرح کی بات کریں گے تو یہاں دے اندر ہو جانے تو یہاں کو کسون مار کے منہ توڑ دے گا، تو وہ کہتے ہیں یہ طریقہ ٹھیک ہے۔ یہ ابو بکر میر بھی تھا اس میں، یہ بھی اس بینک ہے اے لازمی جو ہے نا، تو میں اوپر گیا تو میں نے تو فٹافٹ ہی تھلے لا دیتا نا۔ جی آج بمباسٹک نے مرزئی تعلیم کا نمونہ پیش کرتے ہوئے رسول اللہ کو کھل کر گالیاں دی ہیں۔ اچھا جی، تو تم سنتے رہے ہو، تم نے نکلوائی ہیں گالیاں ہیں رسول اللہ دے فاطق سکے۔ صاحب ਤੁਸੀਂ جی ਅੱਜ ਦਾ ਸ਼ਾਹਕਾਰ ਸੁਣੋ ਇਹ ਸੁਣੋ ਇੱਕ 30 سناؤ ਸੈਕਿੰਡ ਦੀ جناب، ਆਡੀਓ حکم آقا۔ یہاں پہ میں صرف اتنا ہی کہوں گا کہ میں نے آج تک کوئی ایسا گروہ نہیں دیکھا، نہ بریلویوں کو، نہ دیوبندیوں کو، نہ اہل حدیثوں کو، کسی کو بھی میں نے کبھی نہیں سنا کہ انہوں نے کہا ہو کہ جی ہم فرقہ ہیں یا ہم نے فرقہ بنایا ہے۔ ਕਿੱਸਾ آج تک ਜ਼ਬਰਦਸਤ ਹੈ। آج ਉਹ جو ਆਂਦੇ بھی ਨੇ دعویٰ کرتے ਇੱਕ ਪਾਸੇ ਦਿਓਬੰਦੀ سدو جٹ، ਨਹੀਂ ਯਾਰ ਅਬੂ ਬਕਰ ਮੀਰ ਸਾਹਿਬ ਨੇ اچھا ابو ਯਾਨੀ ਕਿ ਬਰੇਲਵੀ ਦਿਓਬੰਦੀ ਅਹਿਲ ਹਦੀਸ ਤੇ ਨਾਲ ਹੀ ਅੱਗੇ ਫਿਰਕਾ ਕੋਈ ਨਹੀਂ ਇਹਨਾਂ ਮੈਂ ਨਾ ਕਦੀ ਨਹੀਂ ਸੁਣਿਆ ਕਿ ਨਾ ਫਿਰਕਾ ਆਪਣੀ ਨਾ ਇਹ ਫਿਰਕੇ ਆਂਦੇ ਨਾ ਫਿਰਕਾ ਇਹਨਾਂ ਆਖਿਆ ਆਪਣੇ یہ روز یہ لوگ جو ہیں نا یہ سٹون ایج میں ਯਾਰ ہیں۔ ਆਈ ਕਿਉ ਲੈਵਲ ਚੈੱਕ ਕਰੋ ਨਾ ਤੁਸੀਂ ਬੰਬਾਸਟਿਕ ਭਾਈ ਕਿਤਨਾ میں بالکل کہہ ذہانت رہا کا ہوں کہ لیول میں چیک کرو پھر میں بندہ ان ਇਹਨਾਂ کا ਨਾਲ مذہبی گفتگو کرے۔ آئی کیو لیول ان کا یہی ہے کہ یہ سٹون ایج میں رہ رہے ہیں، وہ جس طرح مرضی حضرت عیسیٰ آسمان پہ چلے گئے ہیں، کیسے چلے اللہ کی قدرت ہے، واپس آئیں گے، ہمارا ایمان ہے، ہمارے با حضرت وہ سارے بابوں کو جب مرضی دیوار پہ مار دو، جو مرضی کر لو، ان کو اجازت ہے، اسلام ان کے گھر کی لونڈی بنائی ہوئی ہے انہوں نے، نعوذ باللہ من ذالک، کہ ہم جو مرضی کریں، جب مرضی نبی پاک کو جو مرضی کہہ رہے ہیں کہ ان کی پیدائش جو ہوئی کیسے سدرۃ المنتہا سے ایک پھل منگایا گیا، اس کے بیج کو کسی خاص لکوڈ کے اندر مکس کیا گیا اور حضرت آمنہ علیہ الصلوۃ والسلام کو پلایا گیا، یعنی کہ حضور کی پیدائش کا حضرت عبداللہ کے ساتھ تعلق واسطہ ہی کوئی نہیں ہے۔ بھائی کیا بات ہے اس میں کوئی، کیا بات ہے اس میں کوئی، کیا بات ہے اس میں کوئی، کیا بات ہے اس میں کوئی۔ ہمارا پلان ہے 545۔ ہیں کیا کہہ رہے ہو یہ کون ہے؟ عمران؟ ہاں ہمارا پلان ہے ہم 540۔ ایک منٹ، تو یہ ان لوگوں کا حال ہے۔ پتہ نہیں بند کیوں نہیں ہو رہا۔ یہ خود اسلام کے سب سے بڑے دشمن ہیں، ابھی تو صاف نظر آ رہا ہے سب یہودیوں کے ساتھ مل گئے ہوئے ہیں۔ وہ دیکھو یو اے ای کیا کر رہا ہے، سب وہ پیارے نبی کی جو حدیث ہے نا کہ ان کی مثال ایک جوتا دوسری جوتی کے ساتھ ہوگا، وہ اب تو کلیئرلی کہتے ہیں اسرائیل ساڈا یار ہے، سانو بچائے گا، وڑ گیا اپنا سارا وہ ਥੱਲੇ فلسطین ਮਸੂਫ ਲਿਖ ਰਹੇ ਨੇ ਅਬੂ ਬਕਰ ਮੀਰ ਸਾਹਿਬ وہ ਪਹਿਲਾਂ میں ਇਹ پڑھ رہا ہوں، find مجھے ਕਰ ਲੈਣ پتا ਕਿ ਡੈਫੀਨੇਸ਼ਨ ਫਿਰਕੇ ਦੀ ਕੀ ਹੈ। ہاں ਜਿਨ੍ਹਾਂ ਨੂੰ ਬੇਸਿਕ ਡੈਫੀਨੇਸ਼ਨ ਦਾ ਨਹੀਂ ਪਤਾ ਉਹ ਬਹਿਸ ਲੱਗੇ ਨੇ ਕਿ ਬਾਨੀ ਨੇ ਆਖਿਆ ਨਹੀਂ ਆਖਿਆ۔ اس نے کیا مرتبہ چیلنج کہہ رہا ہے کہ بے شرموں کی طرح کیڑا چیلنج قبول کرانا چاہتا ہے؟ ਕਿ ਉਹ ਫਿਰਕੇ ਹੈ ਨਹੀਂ ਕਿ ਨਹੀਂ ਹੈ ਬਰੇਲਵੀ ਦਿਓਬੰਦੀ ਯਾਰ ਨਾਲ ਨਾ ਵੀ ਲੈਣਾ ਮੈਂ ਨਾ ਮੈਨੂੰ ਸਮਝ ਨਹੀਂ ਆਉਂਦੀ ਉਸੇ ਫਿਕਰੇ ਵਿੱਚ ਆਉਣਾ ਕਿ ਦਿਓਬੰਦੀ ਵਾਬੀ ਬਰੇਲਵੀ ਅਹਿਲੇ ਦੇਸ ਤੇ ਨਾਲ ਹੀ ਆਉਣਾ ਫਿਰਕਾ ਕੋਈ ਨਹੀਂ। کو نہیں، اسی چیلنج ہار گئے جی، اسی ہار گئے، ڈر گئے، گھبرا گئے۔ ساڈے کولوں کوئی جواب ہوندا تے اسی 74 دی اسمبلی ثابت نہ کر دیندے۔ ساڈے کول جواب ہے نہیں، ایسا کر کے تو تسی پابندیاں لائیاں سن کہ سان جواب آندے نہیں۔ مرزا قادیانی بھی مسلمہ کذاب کی طرح نبوت محمدی میں شریک ہونے کا مدعی ہے۔ اچھا جی ٹھیک ہے جی، کیا بات ہے۔ تے تسی مسلمہ کذاب دی حقیقی امت رسول اللہ دی امت تے شہید کر دتی سی تسی اوتھے کی کہندے نے کربلا وچ، اور اس تو بعد حضرت عثمان اور حضرت عمر نو شہید کر دیا، تو باقی کیا بچی تھی؟ وہ مسلمہ کذاب کی امت ہی بچی تھی، وہ اس کے تم باقیات ہو، تمہیں پتہ نہیں ہے۔
तुम कोई नबी पाक की उम्मत हो, गाली बाजो तो लौंडे बाजो। हर मस्जिद में मुंडेबाजी, हर मस्जिद में बेईमानी, 6-6 फुट ਦੀਆਂ ਦਾੜੀਆਂ ਰੱਖੀਆਂ ਨੇ, ਬਲਬਾਂ ਨੂੰ ਉੱਥੇ ਲਾਏ ਨੇ ਤਾਲੇ ਕੇ, ਬਲਬ ਚੋਰੀ, ਟੂਟੀਆਂ ਨੂੰ ਤਾਲੇ, ਜੁੱਤੀਆਂ ਨੂੰ ਤਾਲੇ। ये उम्मत है रसूल अल्लाह की, नाउजुबिल्ला। ना कोई बुढ़ी महफूज है ते ना कोई मुंडा महफूज है उत्थे, ते नारे लाते ने ताजदारे खत्मे नबूवत जिंदाबाद। तो सब तो वड्डा लामा अमन नज़ीर आइंदा, पाकिस्तान इस्लाम दा कला है, असी अपनी आने वाली नस्लों नूं दस जाना है कि खत्मे नबूवत दी खातर जान देना। मैं नहीं देनी, मैं तो इटली च रन करके बह गया, ते एक बुढ़ी नूं गुजरात ही छड़ दिता, ते जवान कुड़ियां नूं भी उन्हां नूं रोलण वास्ते, ते मैं इत्थे दुध दा ट्रक पिया चलाना है। मिर्जा साहब दे उत्ते इल्जाम लांदा कि उन्होंने मुबाशरत करनी छड़ दित्ती सी पहली बीवी नाल। ਉਹ ਤਾਂ ਤੂੰ ਜਿਉਂਦੇ ਜੀ ਮੁਬਾਸ਼ਰਤ ਨਹੀਂ ਪਿਆ ਕਰਦਾ, ਉਹ ਬੁੱਢੀ ਕੱਲੀ ਛੱਡੀ ਗੁਜਰਾਤ ਵਿੱਚ, ਉਹ ਭਾਵੇਂ ਪੀਰ ਮੌਜਾਂ ਕਰਦੇ ਹੋਣ। ਇਹ ਹਾਲ ਹੈ ਇਨਕਾ। ਅੱਛਾ ਬੰਬਾਸਟਿਕ ਭਾਈ ਕਿਹੜੀਆਂ ਗੱਲਾਂ ਕਰਦੇ ਹੋ ਭਾਈ ਯਾਰ ਤੁਸੀਂ? ਉਹ ਲੋ ਜੀ ਹੁਣ ਮੁਸ਼ਕਲ ਸਵਾਲ। ਅੱਛਾ ਉਹ ਸਾਇਆ ਜਿਹੜਾ ਹੈ ਉਹ ਬਰਫੀ ਖਾਂਦਾ ਹੋਵੇ ਤੇ ਕੀ ਉਹਨੂੰ ਮਜ਼ਾ ਆਉਂਦਾ ਹੋਏਗਾ ਕਿ ਨਹੀਂ? ਹੈਲੋ ਮੌਲਵੀ ਸਾਹਿਬ, ਮੌਲਵੀ ਸਾਹਿਬ। ਬੰਬਾਸਟਿਕ ਭਾਈ ਜੇ ਮੈਂ ਸਿਰਫ 2-3 ਸਵਾਲ ਰੱਖੇ ਨਾ, ਤੁਸੀਂ ਮੈਨੂੰ ਥੱਲੇ ਸੁੱਟਣੇ ਸਾਰਿਆਂ। ਮੈਂ ਉਹ ਯਾਰ ਮੇਰੀ ਕਿੱਥੇ ਔਕਾਤ ਹੈ ਕਿਸੇ ਲੇਕਿਨ ਨੂੰ ਮੈਂ ਨਹੀਂ ਰੱਖਦਾ ਇਸ ਗੱਲੋਂ ਕਿ ਮੈਂ ਕਹਿਣਾ ਚਲੋ ਯਾਰ ਰਾਮ ਰਾਮ। ਯਾਰ ਮੈਂ ਮੇਰੀ ਬਰੋਡ ਹੈ, ਮੈਂ ਮੇਰੀ ਬਰੋਡ, ਮੈਂ ਤਾਂ ਕਿਸੇ को ਤੁਹਾਡੀ ਬਰਾੜ ਹੀ ਹੈ। ਵੇਖੋ ਤੁਸੀਂ ਉਹਨਾਂ ਨੂੰ ਜਾਣਦੇ ਹੋ ਸੈਣੀ ਭਾਈ ਨੂੰ, ਮੈਂ ਤਾਂ ਚੁਮਾ 2 ਦਿਨ ਹੋਏ ਨੇ ਆਉਂਦੇ ਆ ਮੈਨੂੰ। ਚਲੋ ਤੁਸੀਂ ਵੀ ਜਾਣ ਜਾਓ, ਕੀ ਆ ਰਿਹਾ ਤੁਸੀਂ ਵੀ ਜਾਣ ਜਾਓ। ਕਰਦੇ ਹੋ ਨਾ ਕਿ ਜਿਹੜੇ ਆਪਣਾ ਉਹ ਮੁੜੇਬਾਜ਼ ਇਹ ਉਹ ਪੂਰੀ ਦੁਨੀਆ 'ਚ ਫਿਰਦੇ ਨੇ ਪਏ। ਹਾਂਜੀ ਇਹ ਹੁਣ ਜਿਹੜੀ ਇਹ ਉਹ ਜਿੱਥੇ ਉਹ ਫਾਈਲ ਕੋਈ ਓਪਨ ਹੋਈ ਹੈ, ਮੈਂ ਉਹਦਾ ਨਾਂ ਹੀ ਲੈਂਦਾ ਕਿਉਂਕਿ ਬਰਾੜ ਨਾਲ ਮਸਲਾ। ਕਿਹੜੀ ਫਾਈਲ? ਕਿਹੜੀ? ਇੱਕ ਹੈ ਵੀ ਇੱਥੇ ਫਾਈਲ ਇੱਕ ਓਪਨ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਕੁੜੀਆਂ ਦਾ ਗੋਸ਼ਤ ਖਾਦਾ ਹੈ, ਉਹਨਾਂ ਨੂੰ ਔਰ ਰਸੂਲ ਅੱਲਾਹ ਦੀ ਉਮਤ ਹੈ ਕੁੜੀਆਂ ਨਾਲ। ਉਹ ਗੱਲ ਤੇ ਸੁਣ ਲਓ ਨਾ ਤੁਸੀਂ, ਜਿਹੜਾ ਇਹ ਦੁਨੀਆ ਦੇ ਵਿੱਚ ਇਹੋ ਜਿਹੇ ਦਹਿਸ਼ਤਗਰਦ, ਇਹੋ ਜਿਹੇ ਦਹਿਸ਼ਤ ਉਹ ਯਾਰ डार्क और दुनिया जी खेल रहे हैं। ओ यार डार्क और साहब, बात तो ये है उनके नबी आखिरी नबी है, उनके पास कुरान है यार उनको जन्नत की बशारत मिली हुई है। हर एक कौम ਦੇ ਵੀ मुनाफिक लोग है ने। नहीं बात तो ये है ਕਿ ਇਹ ਤਾਂ ਵਹੀ ਲੋਕ ਹੈ ਕਿ ਤੁਸੀਂ ਇੱਕ ਨੂੰ ਤੁਸੀਂ ਜਿਹੜਾ ਵੇ ਨਾ ਵੇਖੋ ਤੁਹਾਡੇ ਵਿੱਚ ਵੀ ਕਿੰਨੀਆਂ ਫਾਈਲਾਂ ਓਪਨ ਹੋਈਆਂ ਨੇ ਕਿ ਕਿਸੇ ਨੇ ਮੁਰੱਬੀ ਨੇ ਕੀਤਾ ਉਹ ਬੱਚੇ ਠੋਕਦਾ ਰਿਹਾ, ਕਿੱਥੇ ਨੇ ਉਹ ਬੜਾ ਕੋਈ ਨਿਕਲਿਆ। ਉਹ ਸਾਰੀਆਂ ਫਾਈਲਾਂ ਤੁਸੀਂ ਆਪਣੀਆਂ ਚਾਹ ਰਿਹਾ, ਮੈਂ ਤਾਂ ਕਹਿ ਰਿਹਾ ਮੈਂ ਠੀਕ ਹੈ। ਉਹ ਡਾਰਕ ਹੋਰ ਸਭ ਸਾਰੀਆਂ ਫਾਈਲਾਂ ਤੁਸੀਂ ਆਪ ਬਣਾਈਆਂ ਹੀ ਨੇ। ਉਹ ਯਾਰ ਅਸੀਂ ਕਿੱਥੋਂ ਬਣਾਉਣੀਆਂ ਨੇ? ਉਹ ਤਾਂ ਯਾਰ ਨੇ ਤੁਹਾਡੀਆਂ ਸਾਡੀਆਂ ਫਾਈਲਾਂ ਤੁਹਾਡੇ ਕੋਲ ਨਿਕਲਦੀਆਂ ਨੇ। ਮਾਸਟਿਕ ਭਾਈ ਤੁਹਾਡਾ ਪਤਾ ਕੀ ਹਿਸਾਬ ਹੈ? ਉਹ ਗੱਲ ਤੇ ਸੁਣ ਲੈਣਾ, ਤੁਹਾਡਾ ਹਿਸਾਬ ਪਤਾ ਕੀ ਹੈ? ਉਹ ਯਾਰ ਗੱਲ ਦੇ ਵਿੱਚ ਮੈਂ ਨਾਂ ਨਹੀਂ ਉਹਦਾ ਲੈਂਦਾ, ਸੁਣ ਲੈਣਾ ਮਾਸਟਿਕ ਭਾਈ, ਮੈਂ ਤੁਹਾਨੂੰ ਸਮਝ ਰਿਹਾ ਕਿ ਅਗਲੀ ਦੇ ਵਿੱਚ ਸੋ ਜਾਵੇ ਨਾ ਨਾਰਮਲ, ਆਪਣੀ ਚੀਕ ਜਾਵੇ ਪੀੜ ਹੁੰਦੀ ਹੈ। ਬਾਤ ਇਹ ਹੈ ਡਾਰਕ ਹਿਸਾਬ ਹੈ, ਫਿਰ ਸਾਰੇ ਬੋਲਣਾ ਸ਼ੁਰੂ ਹੋ ਜਾਂਦੇ ਹੋ। ਡਾਰਕ ਸਾਹਿਬ ਬਾਤ ਇਹ ਆਰਾਮ ਨਾਲ ਕਰੋ ਯਾਰ, ਅਸੀਂ ਸੁਣਨੇ ਆ ਤੁਹਾਡੀਆਂ ਗੱਲਾਂ, ਲੇਕਿਨ ਇਸ ਤਰ੍ਹਾਂ ਨਾ ਕਰੋ ਕਿ ਇੱਕ ਨੂੰ ਜਿਹੜਾ ਵੇ ਤੁਸੀਂ ਆਪਣਾ ਠੋਕੀ ਜਾਓ, ਸਾਰਿਆਂ ਨੂੰ ਮਾਰ ਕੇ ਠੋਕੋ ਨਾ। डार्क और साहब बात सुने जी सर, जी जो हमारी फाइल मौजूद है, हमारी फाइलें आपको फैब्रिकेट करनी पड़ती हैं। आपकी जो फाइलें हैं वो आपसे ही हम लेते हैं, हम नहीं बनाते। आपकी सारी खबरें आपकी मीडिया पे आते हैं, आपके अपने लोग करते हैं। हमारी जो होती है वो तो आपसे निकलती है, आपको मेहनत करनी पड़ती है, बनानी पड़ती है। ਬੰਬਾਸਟਿਕ ਭਾਈ ਤੁਸੀਂ ਮੈਨੂੰ ਦੁਨੀਆ 'ਚ ਇੱਕ ਮੁਲਕ ਵਿਖਾ ਦਿਓ, ਕੋਈ ਇੱਕ ਮੁਲਕ, ਮੈਂ ਫਿਰ ਸਵਾਲ ਕਰ ਰਿਹਾ ਤੁਹਾਡੇ ਕੋਲੋਂ, ਤੁਸੀਂ ਮਾਸ਼ਾਅੱਲਾ ਪ੍ਰੋਫੈਸਰ ਹੋ, ਇੱਕ ਮੁਲਕ ਵਿਖਾ ਦਿਓ ਜਿਸ ਮੁਲਕ 'ਚ ਜੇਲ੍ਹ ਨਾ ਹੋਵੇ। ਉਹਨਾਂ ਕੋਲ ਇਸਲਾਮ ਹੈ। ਉਹ ਨਹੀਂ, ਤੁਸੀਂ ਇਸਲਾਮ ਨੂੰ ਛੱਡ ਦਿਓ ਇਸ ਵਕਤ। ਉਹ ਯਾਰ ਡਾਰਕ ਇਨਸਾਨੀਅਤ ਦੀ ਗੱਲ ਕਰ ਰਿਹਾ, ਤੁਸੀਂ ਮੈਨੂੰ ਇਨਸਾਨੀਅਤ ਦੇ ਵਿੱਚ ਕੋਈ ਇੱਕ ਮੁਲਕ ਇਹੋ ਜਿਹਾ ਵਿਖਾ ਦਿਓ। ਤੁਸੀਂ ਵੀ ਇਸ ਮੁਲਕ 'ਚ ਰਹਿ ਰਹੇ ਹੋ, ਅਸੀਂ ਵੀ ਰਹਿ ਰਹੇ ਹਾਂ, ਲੇਕਿਨ ਹਰ ਸ਼ਹਿਰ ਦੇ ਵਿੱਚ, ਹਰ ਕਸਬੇ ਦੇ ਵਿੱਚ, ਹਰ ਜਗ੍ਹਾ ਤੇ ਜੇਲ੍ਹ ਬਣੀ ਹੋਈ ਹੈ ਜਿੱਥੇ ਇਹ ਜਿਹੜੀ, ਹਾਲਾਂਕਿ ਜਿਹਨਾਂ ਨੂੰ ਸਮਝਦੇ ਆ ਇਹ ਬੜੇ ਸਮਝਦਾਰ ਮੁਲਕ ਨੇ, ਬੜੇ ਤਿਆਰ ਵਾਲੇ ਮੁਲਕ ਨੇ, ਬੜੇ ਉਹਨਾਂ ਨੇ ਵੀ ਜੇਲ੍ਹਾਂ ਬਣਾਈਆਂ ਨੇ, ਜਿਹੜਾ ਗਲਤ ਕਰਦੇ ਨੇ ਜੇਲ੍ਹਾਂ 'ਚ ਧੁੰਦੇ ਨੇ। ਉਹ ਇਨਸਾਨ ਦਾ ਹਿਸਾਬ ਆ ਰਿਹਾ। ਤੁਸੀਂ ਇਨਸਾਨੀਅਤ ਜਿਹੜੀ ਹੈ ਨਾ, ਵੇਖੋ ਸੁਣੋ ਤੁਸੀਂ ਕੀ ਕਰ ਰਹੇ ਹੋ ਇਸ ਵਕਤ?
ਤੁਸੀਂ ਇਨਸਾਨੀਅਤ ਦੇ ਪਿੱਛੇ ਛੱਡ ਕੇ ਨਾ ਕਿ ਇਨਸਾਨੀਅਤ ਦੇ ਵਿੱਚ ਵੀ ਮੁਨਾਫਕਤ ਹੈ ਵੀ ਜਾਂ ਗਲਤ ਬੰਦੇ ਹੈ ਨੇ, ਤੁਸੀਂ ਉਹ ਮੁਸਲਮਾਨਾਂ ਨੂੰ ਆ ਕੇ ਅਟੈਕ ਪੇ ਕਰਦੇ ਹੋ ਡਾਇਰੈਕਟ ਹੀ ਕਿ ਮੁਸਲਮਾਨ ਹੀ ਨੇ, ਉਹ ਮੌਲਵੀ ਤੇ ਇਹ ਤੇ ਉਹ ਕਰਦੇ ਨੇ। ਪਰ ਪੂਰੀ ਦੁਨੀਆ 'ਚ ਇੱਥੇ ਯੂਰਪ ਦੇ ਵਿੱਚ ਵੀ ਕੋਈ ਆਪਣੀ ਕੁੜੀ ਨਹੀਂ ਛੱਡਦਾ ਬਾਹਰ, ਕਿਉਂਕਿ ਅਗਲੇ ਚੁੱਕ ਕੇ ਲੈ ਜਾਂਦੇ ਨੇ। ਯਾਰ ਇਹ ਗੱਲ ਨਹੀਂ ਹੈਗੀ। ਇਹ ਇਹੋ ਜਿਹੇ ਪਾਗਲ ਬੰਦੇ, ਵੇਖੋ ਤੁਸੀਂ ਵੀ ਬੈਠੇ ਹੋ, ਮੈਂ ਵੀ ਬੈਠੇ ਹਾਂ, ਇੱਥੇ 7 ਹੋਰ ਬੈਠੇ ਨੇ, ਅਸੀਂ ਕਿਉਂ ਨਹੀਂ ਕੀਤਾ ਇਹ ਕੰਮ? ਕਿਉਂਕਿ ਸਾਡੇ 'ਚ ਇਨਸਾਨੀਅਤ ਹੈ। ਜਿਹਦੇ ਵੀ ਇਨਸਾਨੀਅਤ ਨਹੀਂ ਹੋਏਗੀ ਉਹ ਜਿਹੜਾ ਉਹ ਇਹ ਜਿਹੜਾ ਜੁਰਮ ਕਰਦੇ ਨੇ ਉਹਦੇ ਵਿੱਚ ਮਜ਼ਹਬ ਇਹ ਦੀਨ ਨਹੀਂ ਹੁੰਦਾ। ਜਿਹਦੇ ਵਿੱਚ ਦੀਨ ਹੁੰਦਾ ਉਹ ਇਹ ਕੰਮ ਨਹੀਂ ਕਰੇਗਾ। ਜੀ ਸਰ ਗੱਲ ਕਰੋ। डार्क हॉर्स साहब, इंसानी कमजोरियां तो हर एक में होती हैं। हम उनकी बात कर रहे हैं कि जो मजहब के ठेकेदार बनते हैं और दूसरों की जन्नत और दोजख का फैसला करते हैं कि तुझे कलमा पढ़ने का हक है और तुझे नहीं है, तू कुर्बानी कर सकता है, तू नहीं कर सकता, तू हमारे खुदा को मान सकता है, हम तुझे इजाजत देते हैं, तू नहीं मान सकता, तुझे हमने काफिर डिक्लेयर किया, तू काफिरों की जिंदगी जी और तुझे जीनी पड़ेगी। इस तरह का जुल्म दुनिया में कहीं है? चाहे वो जंगली जानवर हों, बंदों का गोश्त खाने वाले हों, जानी हो, शराबी हो, लौंडेबाज हों, उनका भी कोई करैक्टर है। ये उन लोगों की मैं बात कर रहा हूं कि जो कह रहे हैं कि मदीने वाले को मेरा सलाम कह देना, और सारा दिन इनके मुंह से झागे निकलती हैं कुरान की तफसीरें कर कर के और हदीसें सुना सुना के। हम तो उनकी बात कर रहे हैं। यहां पे अगर आप यूरोप की बात करें तो ये रंडीबाजी इनकी इजाजत है। शादी के बगैर बच्चे पैदा करना इनको कोई मसला नहीं है। 2 लौंडे आपस में शादी कर रहे हैं, उनको कोई फर्क नहीं पड़ता। 2 औरतें आपस में शादी कर लें, कोई फर्क नहीं पड़ता। लेकिन किसी इंसान का हक मारना उनके लिए बहुत बुरी बात है। किसी के मजहब के ऊपर अटैक करना उनके लिए बहुत एक गंदी बात है। ये तमाम गंदगी यहाँ होने के बावजूद आपके मुसलमान मुल्कों का हर बंदा यहाँ पे आना चाहता है, ठीक है, क्योंकि हर एक को फ्रीडम है। यहाँ पे ये बात है कि जो खराब होना चाहता है वो अपनी मर्जी से होता है, उसको जबरदस्ती से नहीं किया जाता। इस्लामी मुल्कों में जहाँ पे इस्लाम है, और ख़ास तौर पे हमारा प्यारा वतन इस्लामी जमहूरिया पाकिस्तान, वहाँ पे कोई सीधे रास्ते पे चलता हो उसे नहीं चलने देते। उसे कहते हैं अड्डा तू हाजी। कोई काम रिश्वत के बगैर नहीं होना चाहिए। कोई औरत मजबूरी के तहत नौकरी करना चाहे तो वो साबित बार घर से वापस नहीं आ सकती। कोई बच्चे को तो आप अकेला उसको मस्जिद में पढ़ने के लिए भी कोई नहीं पता उसके साथ क्या हो जाए। ये हालात है, हम इसकी बात करते हैं। जमील साहब, हम भी पाकिस्तान से आए हुए हैं। अल्हम्दुलिल्लाह मेरी फैमिली उधर है। हमें तो कुछ नहीं हुआ। मेरी सिस्टर बाहर जाती हैं और भी जाते हैं। कैसी बात करते हैं आप? मुबारक एक हो बात बताएं, बदतमीजी नहीं मुबारक करनी हो है जी, आपको। मुबारक हो। एक बात सुने, आपके रब्बू है वहाँ चनाब नगर है, वहाँ पे क्या आपके जो अहमदी हैं नहीं रहते वहाँ पे? वहाँ पे यूनिवर्सिटी ऑफ सरगोदा है, सरगोदा में यूनिवर्सिटी ऑफ लाहौर का कैंपस है। वहाँ पे आप स्टूडेंट पढ़ते हैं, आपकी फीमेल आती हैं, आपका एक स्पेसिफिक जो है ना वो वेल करके आती हैं। हमें पता होता है ये अहमदी है, और मैं वहाँ पे लेक्चर देता रहा हूँ और मुझे पता होता था, पर हम इक्वल हमने ट्रीट किया उनको। कैसी बात करते हैं आप सबको एक ही तरह वो कर रहे हैं। जहाँ से बंदा आता है तो उस आपने यही तो मैं इनको समझाने की कोशिश कर रहा हूँ। बहुत जिस कंट्री से हम आए हुए हैं ना उसको बुरा नहीं कहना चाहिए। अगर वहाँ पे कोई माशरा ऐसा है, कुछ लोग हैं गलत हैं, तो वो गलत है। उसकी वजह से पाकिस्तान गलत नहीं, उसकी वजह से हम गलत नहीं, उसकी वजह से बाकी जो रहने वाले हैं वो गलत नहीं। ये आप थोड़ा सा फ़र्क किया करें। और दूसरी बात बताएं, जो आप सब अहमदी हैं जो बाहर बैठे हुए हैं, आप सब दूध के धुले हुए हैं, कोई गलत काम नहीं होता। आपने बात कर ली है मोहतरम? मुझे करना है, आप काफ़ी लंबी बात कर गए थे ना, मैंने सुना है आपकी बात। अच्छा। आपका एक केस आया मेरे ख्याल में यूएसए में ना कनाडा में, एक मुरब्बी के बेटे हैं उस पर केस हुआ है। वो क्या है, उसने बच्चों के साथ ज्यादती किया जो भी था। वो क्या केस हम लेके आए थे पाकिस्तान से, वो ऑन द रिकॉर्ड पड़ा हो, अगर आप कहेंगे तो मैं ले आऊँगा। अच्छा और जी। प्रूफ भी हो उसके ऊपर। अच्छा। तो यूं ना करें ना, हर तरफ ये चीज़ है। अब एक कुछ चंद लोगों की वजह से पूरे मास्टर को ख़राब नहीं कह सकते। तो काइंडली थोड़ा सा हाथ होला रखा है। आप पढ़े लिखे हैं माशाल्लाह, प्रोफेसर हैं,
तो उसी हिसाब से बात किया जाए ना। आप मुझे बताएं कि आप पाकिस्तान को छोड़ के अभी कहाँ पे रह रहे हैं? मैं यूरोप में रहता हूँ और मैं अपनी तालीम के लिए आया हूँ यहाँ पे। यूरोप में कहाँ पे तशरीफ फरमा है आप? मैं पुर्तगाल में बैठा हूँ जी। आगे आप पुर्तगाल में तालीम हासिल करने आए हैं? जी बिल्कुल। आप पाकिस्तान में क्यों नहीं तालीम हासिल करते? उधर कौन सी फैकल्टी है या कौन सा शोबा है कि जिसमें ਭਾਈਜਾਨ तालीम? ਤੁਹਾਡੇ ਅੰਕਲ ਅਮਰੀਕਾ कहाँ ਜਿਹੜਾ जा ਵੀ रहे? ਥਰਡ मैंने ਵਰਲਡ बात- ਨੂੰ ਇੱਕ ਮਿੰਟ ਠਹਿਰ जमील ਜੀ साहब, ਆਪਣਾ आपसे की- यार वो डार्कोर कह साहब रहा हूँ। बात कर लेना, वो पढ़ा लिखा बच्चा है, वो कर लेने दे बात। जी यार। जी वो ठीक जमील है, साहब, ठीक मैंने है उनकी आपसे बात। ये बात की है, मैंने नहीं कहा तालीम अच्छी बुरी, मैंने ये कहा पाकिस्तान में हर बंदा बुरा ਮਾਸਟਰ नहीं ਭਾਈ है। ਅੱਧਾ ਘੰਟਾ ਮੈਨੂੰ ਸੁਣਾ ਕੇ ਉਹਨਾਂ ਦੇ मैं तू बोलना ही नहीं, तू चुप करके बैठ। नहीं भाई, एक नहीं मैं आप बोले डार- फिर आपस में डिसाइड डार कर ले, साहब, मैंने किसको डार जवाब खान- देना है। भाई जी, आप करें बात, मैं कर सुन लूं। रहा हूँ आप दोनों। मैं जमील साहब से बात करूं। जमील साहब बात ये है, मैं पाकिस्तान से आया हूँ। जी। अगर आप पाकिस्तान की हर फीमेल को गलत कहेंगे, जो मेरी फैमिली भी है और लोगों की भी है, आप कहेंगे वो सारे बाहर नहीं जा सकते, कितनी गलत बात है। आप वहां नहीं रहे। मैंने हर फीमेल को मैंने आप मुझे तो अपना ये ध्यान भी नहीं निकालो पता। ना, आप वहाँ आप कहते हैं बच्ची जाती है जॉब के लिए, वापस सही सलामत नहीं आती। कैसी बात करते हैं आप? कितना बड़ा झूठ नहीं है ये? ऑन द रिकॉर्ड ये चीज़ आप दिखा सकते हैं मुझे? थोड़ी सी बंदा बात करे, कुछ की मुखालफत करे, एक हद में करे। या तो बंदा कहे चलो मैं तो दूध का दूल्हा हूँ, एमडी सारे फरिश्ते हैं और ये मुसलमान पाकिस्तान में बैठे हुए हैं सारे काफिर हैं, ये गलत है, ये गलत काम करते हैं, जिना करते हैं, फलाना करते हैं, तो ये तो ज्यादती होगी ना फिर। जमील साहब, मैं आपको रोज सुनता हूँ, मैं कभी जवाब नहीं देता। मैं आज दूसरी दफ़ा ऊपर आ रहा हूँ और आपसे एक आध दफ़ा पहले बात हुई थी मेरी, तो मेरा ये मकसद नहीं होता कि लड़ाई करूँ, लेकिन वो बात कर रहा हूँ जो गलत कर रहे हैं आप और उसको मानिए। दूसरी बात, मेरी तालीम के पूछा है, तालीम पे इसलिए आया हूँ कि रिसोर्सेज नहीं है पाकिस्तान में, ठीक है, इकॉनमी हमारी कमज़ोर है, वहाँ पे स्कॉलरशिप नहीं मिला, अच्छी यूनिवर्सिटी नहीं है वहाँ पे, मुझे एक अच्छा ऑप्शन मिला, मैं चला आया यहाँ पे। लेकिन जहाँ पे कि ये नहीं कहता कि मैं पाकिस्तान को गालियाँ दूँ, पाकिस्तान को बुरा भला कहूँ या पाकिस्तान में बुराई है ये कहता रहूँ, नहीं, मेरा मुल्क है, मैं कहता हूँ, मैं खुल्लम खुल्ला कहता हूँ। वहाँ पे अच्छे लोग बैठते हैं मेरे साथ, मैं PhD कंप्यूटर साइंस कर रहा हूँ और मेरे से बहुत अच्छे पढ़े लिखे लोग बैठते हैं, पूछता है, मैं कहता हूँ मैं पाकिस्तान से आया हूँ, क्यों आए हुए? अच्छा ऑप्शन था, ले लिया, बस। पाकिस्तान में ये ऑप्शन नहीं था मेरे पास। ये नहीं है कि पाकिस्तान से थका आ रहा हो, भागा भागा मैं यहाँ आ गया, नहीं, ऐसा नहीं है। और मैं मेरी कोशिश होती है कि मैं अपना मैक्सिमम टाइम जब भी मिले पाकिस्तान जाऊँ, वहाँ गुजारूँ, मुझे वहाँ से प्यार है, सीधी सी बात है। तो ये बात अगर जमील साहब, मैं रहा हूँ सरगोदा में रहा हूँ, मैं आपके अच्छे से जानता हूँ रबुआ को और चनाब नगर को, वहाँ के स्टूडेंट्स को, वहाँ के लोग हैं बड़े खुशहाल है। और जो आपका हॉस्पिटल है मैं वहाँ पे भी गया हूँ, वो अच्छा काम है, मानता हूँ, वहाँ पे अच्छा हार्ट का है आपका हॉस्पिटल, मैं वहाँ पे गया था ब्लड देने, तो मुझे अच्छा लगा कि अच्छा काम हो रहा है। लेकिन ये नहीं है कि वहाँ पे किसी ने आप पे ऊपर बंदूक रखी हुई है, कोई गलती हो रही है, कोई ज्यादती हो रही है, ऐसा नहीं है जमील साहब। थोड़ा सा बोलते हुए बंदा एहतियात करे, अच्छे खासे माशाल्लाह प्रोफेसर हैं, अच्छी तालीम याफ्ता हैं, तो उसी हिसाब से बात करे, फिर तो होता है कि बंदा कहे हाँ यार बंदा ठीक बात कर रहा है, माकूल बात कर रहा है और जायज़ तनकीद हो रही है हम पे। जी सर, जब आप इसीलिए तो मैंने ये सवाल जब किया आप था बात मुबासिक खत्म भाई कर से। लें, जब आप बात खत्म कर लें तो मुझे जी, उन्होंने खत्म बताइएगा। कर लिया, उन्होंने खत्म जी कर जी आप लिया, करें, अच्छा, जी जी करें। इसीलिए तो मेरा सवाल था इनसे कि मुझे दुनिया में कोई मुल्क दिखा दें कि जिसमें जेल ना हो। यार डार्क और सब ना आपके सवालों के मेरे पास जवानी बड़े मुश्किल हैं। बात ये है मेरे मोहतरम, आप रबवा में गए हैं, हमारे लोग बड़े खुशहाल हैं। आप ये मुझे बताएं कि हम जो हैं अजान उधर दे सकते हैं? खुशहाल लोग, हम बकरा हलाल कर सकते हैं? हम अपनी मर्जी के मुताबिक अपने मजहब को प्रैक्टिस कर सकते हैं? अपने आप को मुसलमान कह सकते हैं? हमारी तरक्की जो है नहीं कह बाकी सकते भाईजान, बम्बास्टिक भाई। यार तुम पहले बोल रहे यार, मैं बंद रहना यार। यार मैं आई एम डन, नहीं यार मैं नहीं, थैंक यू सर। आई एम डन जी। एक मिनट मैं छोटा सा रखूंगा, फिर आप बोलना, जरूर बोलना, मैं अभी बैठा सुन रहा हूँ आप। यार मैं जानना पे तू कल ही बोल यार। ठहर जो बम्बास्टिक भाई, ਤੁਹਾਡੇ ਨਾਲ ਤੇ ਪਿਆਰ है, सुनते रहो। बम्बास्टिक भाई, मसला पता है किधर आ रहा है कि अगर आप मुझे दिखा दें कि कोई मैकडोनल्ड फर्म है और वो उसका नाम कोई और इस्तेमाल कर सकता है और अपने पिज़्ज़ा बेचना शुरू हो जाए, अपना जो है कबाब बेचना शुरू हो जाए, तो फिर तो मैं आपको मान जाऊंगा। अगर कोई नहीं ना कर सकता तो फिर आप जो है ना वो इस्लाम या मुसलमान, आप बिल्कुल मुख्तलिफ नज़रिया पेश करते हो और उस नज़रिए को मुसलमान 2 बिलियन मुसलमान उसको उसके पीछे नहीं खड़े। ये मसला इधर आ रहा है। आप अपना नाम रखें, अहमदी के साथ नाम लगा के जो मर्जी आप अपना लेके चलें, किसी को कोई मसला नहीं है। डारका साहब एक बात और भी ऐड करूंगा, ये जमील साहब रहते हैं मेरे कनाडा में, और भी अहमदी हैं, बहुत सारे मुल्कों में रहते हैं, वो इनसे पूछें वहाँ के रूल फॉलो क्यों करते हैं आप? एक कानून बना हुआ है उसके खिलाफ क्यों नहीं जाते? पाकिस्तान में कानून बन गया जिसने बनाना है, तो वो वहाँ पे है कि आप अपनी तबलीग। जी जी
جی میر صاحب وہ مسئلہ پتہ ہے کدھر آ رہا ہے، دیکھیں وہ میں ایک بھاگ بات گئے کمپلیٹ کروں پھر آپ کیونکہ کیجیے گا ایک میرا منٹ، کیونکہ تھوڑا سا ہارڈ سوال آئے گا نا تو وہ بھاگ جاتے ہیں۔ مسئلہ پتہ ہے کیا ہے، دیکھیں آپ اپنا ریلیجن جو بھی، ابھی ہمارے مسلمانوں کے بعد سردار آئے ہیں، انہوں نے اپنا ایک مذہب کیا ہے لانچ، ٹھیک ہے نا، ہمارے مذہب کو انہوں نے نہیں چھیڑا جو پیچھے سے چل رہا تھا۔ کسی کو کوئی مسئلہ نہیں ہے ہمیں سرداروں سے، جتنا مرضی اپنا کریں، جو مرضی کریں، ہم ان کی عزت کرتے ہیں، بسم اللہ آپ اپنا بیچو، لیکن آپ اس کو بولتے ہیں جو یہ کرتے ہیں نا بھائی صاحب سارے یہ کرتے ہیں، ہماری گود میں بیٹھ کے ہماری داڑھی کھینچتے ہیں کہ کوئی بھی میک ڈونلڈ فرم، آپ مجھے جواب دیں اپنا میر صاحب کہ کیا اگر میک ڈونلڈ ایک فرم ہے جو رجسٹرڈ ہے، اس کے نام کا لے استعمال کر کے اس کے سامنے کوئی اس کے نام پہ یا وہ دوسرے شہر میں اس کا نام کوئی استعمال کر سکتا ہے؟ پلیز اس کا مجھے جواب دینا پلیز مجھے میر بھائی۔ جی ڈاکٹر صاحب میں نے اب بات سن لی ہے، میں پہلے اپنی بات کمپلیٹ کر لوں۔ میں نے چھوٹا ایک میں 2-3 سوال رکھوں گا، آپ جواب دینا مجھے۔ جی بالکل، میری بات پوری ہو جائے گی نا، اس کے بعد میں آپ سے ہی بات جواب دوں گا۔ میرا یہ تھا کہ یہ احمدی حضرات جو باہر بیٹھے ہوئے ہیں وہاں کے رول فالو کرتے ہیں، کوئی رول سے ہٹ کے بات نہیں کرتے، کیوں؟ ان کو ڈر ہے کہ کچھ ہو جائے گا۔ اقسام ایک رول بنا ہوا ہے۔ جی جمیل صاحب تو چلے گئے نا میرے خیال ہے، چلے گئے، ہاں جی وہ ان سے بات ہو رہی تھی، اچھے انداز میں چلے گئے، شاید بزی ہو گئے۔ بس میں یہ کہہ رہا تھا پاکستان میں رول ہے کہ احمدی حضرات جو ہے نا وہ نہیں کر سکتے اپنا اشاعت یا جو بھی ہے، تو ان کو فالو کرنا چاہیے نا۔ اب یہی چیز اگر کہیں اور ہوتے تو وہاں فالو کرتے، بالکل قانون کہیں اور بھی تو فالو کرتے نا، یو ایس اے میں، کینیڈا میں، وہاں پہ کیوں نہیں کرتے؟ وہاں پہ تو یہی جب وہ ملک چھوڑ دیں یا اپنا ایک ملک بنا لیں، وہاں پہ رول لگا دیں۔ اب بن گیا رول، اب غلط ہوا صحیح ہوا یہ الگ بات ہے، الگ بحث ہے۔ بالکل اس میں رہنا پڑے گا جو بھی ہے۔ ہاں جی، اب آپ اس کو فالو کریں اور آپ یہ نہ کہیں سارے ایک جیسے ہیں۔ آپ مجھے یہ بتائیں، وعلیکم وہ ساڈا پیارا بھرا آیا سائید میں میکڈونلڈ کھانا ہے، میں میکڈونلڈ کھانا ہے۔ صبر سائید صاحب جب روبرو بات کر، میں کیڑا بھابی میکڈونلڈ کھانا ہے کہ بریلوی میکڈونلڈ کھانا ہے؟ دسو میں وہ اوتھے بھی چلنے ہیں، پہلے منو میر بھائی نو 2 سوال رکھا۔ میکڈونلڈ دی شاپ کو نہیں ہے میر بھائی مجھے جی السلام علیکم۔ اچھا میر بھائی سے سوال ہے، میر بھائی آپ سے مجھے 3 سوال ہیں صرف، میر بھائی کر سکتا ہوں؟ کریں۔ میر بھائی فرسٹ سوال یہ ہے، اگر میک ڈونلڈ کی دکان کھلی ہے، ٹھیک ہے، اس کے سامنے آپ ایک برگر کی دکان کھلی، یہ من سٹ رہنا تھلے ادے نہیں سٹیا، چلو ادے بیٹھے ہیں۔ اچھا میر بھائی اگر آپ کی دکان میک ڈونلڈ آپ نے ایک لیا ہوا ہے ایک لائسنس میک ڈونلڈ کا، اس کے سامنے میں آ کے ایک برگر کی دکان کھولتا ہوں، اس کا نام رکھتا ہوں علی برگر، تو آپ کو کوئی مسئلہ ہے؟ نہیں مسئلہ۔ اچھا ابھی میں 3 شہر کے آگے جا کے میں بغیر لائسنس کے میں رکھ لیتا ہوں اپنی دکان کا نام میک ڈونلڈ اور بیچنا شروع کر دیتا ہوں پیزا اور کباب اور یہ وہ، تو کیا مجھے اس کی اجازت ملے گی کہ یورپ میں کہ ٹھیک ہے میک ڈونلڈ نام رکھو اور اپنا بیچو؟ نہیں، کیونکہ وہ کاپی رائٹ اور یہ چیزیں بڑی اسٹرکٹ ہیں یہاں پہ۔ ہاں کیونکہ وہ بولیں گے اگر تم نے لینا ہے تو ہمارے پاس آؤ، ہماری ایک ریسٹرکشن ہے، اس کے اندر رہنا ہے کہ تم پیزا اور یہ نہیں بیچ سکتے، ٹھیک ہے، تم نے کاپوچینو بیچنی ہے نہیں بیچنی وہ بات کی بات ہے، تم نے کافی بیچنی ہے کافی نہ رکھو، کاپوچینو رکھ لو، لیکن تم نے ہماری اس لائن میں رہنا ہے۔ اگر میں لائن سے باہر نکلوں گا تو وہ مجھے نارمل چیز ہے۔ میرے بھی 3 سوال سر صاحب، میرے بھی 3 سوال۔ صبر سائید صاحب کوئی کچھ بندے کو ایٹیگیٹس ہوتے ہیں، محفل میں بات ہو رہی ہو تو سن لیتے ہیں۔ صبر سائید صاحب بڑا خوبصورت انداز میں گل انہوں نے پیش کی۔ حسینی صاحب جی یار بڑا مسئلہ وے یہ جو اللہ تعالیٰ ہے واسطک بھائی پہلے ناراض ہو یار چپ کر جائے یار، اور بات تو نہیں میرا تیجا سوال تے آن دیو، اور چپ کر یار، آرام سے بیٹھ۔ بات یہ ہے حسینی صاحب، یہ جو کہہ رہا ہے یہ ڈارک ہورس ہے کاپاچینو، اینو پوچھو، اس سے پوچھو کہ خدا نے تمہارے ساتھ کیوں نہیں مشورہ کیا کہ نبی کریم کو رحمت للعالمین بنا دیا؟ وہ تو پھر صرف ہونا چاہیے تھا نا کاپوچینو میک ڈونلڈ والا پیٹنٹ ہونا چاہیے۔ نہیں میں تے زمینی نہیں ان کی جو او بھائی ڈارک ہورس ہے، گال سننا بھائی، ان کی جو رحمت ہے وہ پھر اسپیسیفک لوگوں کے لیے ہی ہونی چاہیے تھی نا، کیونکہ کوئی تاکہ 2-4 کلومیٹر دور جا کے کدھر نبی دا کلمہ نہ پڑھ لے، نبی تے تواڈے نال رجسٹر ہوئے ہے۔ بمباسٹک بھائی تسی اگوں اپنے مناظرے پیش پہ کر دے محمد جو ہے وہ آپ کا پیٹنٹ ہے نا جی، وہ
मोहम्मद रसूलुल्लाह, पेटेंट की किसी की जरूरत है कि कोई नाम ले, उनका कोई कलमा पढ़े? 2 बिलियन। ये कितने अक्लमंद है। ये ऐसी कौम है कि वो यूरोप और अमेरिका वाले भी कहते हैं कि पाकिस्तानी ऐसी लानती कौम है, ये जितने मर्जी पढ़ ले, ਤੁਸੀਂ ਉਹ ਹਿਸਾਬ पे कर दे हो जितने कि मर्जी उस पढ़ ले, वक्त इनकी खोतों वाली मेंटेलिटी नहीं बदल सकती। और बम्बास्टिक भाई ये तुम्हारा एक पता है कि पुर्तगाल में पढ़ने आया हुआ है और एक यूरोप में रह रहा है और कह रहा है ये कनाडा में कानून जो है एक्सेप्ट करती है। अच्छा मैं बात करता हूँ आपसे, बात सुने, ये कनाडा है और यूरोप है, पुर्तगाल है, वो क्या अल्लाह की जमीन है कि नहीं? बात मान के उनके बुत क्यों नहीं भाई पूजने शुरू आपने कर मुझे दिए ये थे? बताना है कि ये जमील जो भाई, है ये ये बताओ मुझे। जो मुल्की कवानीन होते हैं ना ट्रैफिक के मतलब, गाड़ी के लाइसेंस बनाने के मतलब, प्रॉपर्टी खरीदने के मतलब, इसमें सारे इंसान बराबर होते हैं। लेकिन जिन कनाडा की या अमेरिका की बाकी मुल्कों की, वो मज़हब के मतलब ऐसे कवानीन नहीं बनाते जिससे कोई मज़हब मानने वाला अपनी प्रैक्टिस करने से मारूम रह जाए। ये किसी की मज़हब में मुदाखलत जो है, कोई आदमी कब्र की पूजा करना चाहता है, चादर चढ़ाना चाहता है, ख़त्म दरूद दूसरे आदमी नहीं देना चाहते वो ना दें, जो देना चाहते वो दे दें। तो ये मुख्तलिफ उसमें वैराइटीज़ हैं मज़हब के अंदर, हर एक को अपना अपना हक़ है। इसकी मिसाल इससे नहीं दी जा सकती कि मुल्क का कानून, यहाँ मुल्क का कानून जो है वो किसी के मज़हब में मुदाखलत नहीं करता। आप पत्थर को पूजें, जो मर्जी करते रहें, किसी को कोई गर्ज नहीं उस बात से। ये उस वक्त मसला पैदा होता है जब आप किसी के मज़हब में मुदाखलत करते हैं। जी जी। इन लोगों की हम मिसालें देखें कि ये कनाडा में रहते हैं, अमेरिका में रहते हैं, वहां के कानून क्यों फॉलो करते हैं? अगर इनके लिए पाकिस्तान में कानून बना दिया है कि तुम काफिर हो, तो ये काफिरों की तरह क्यों नहीं अपनी जिंदगी बसर करते? तो नबी पाक भाई एक नबी पाक सल्लल्लाहु अलैहि यार तू चंगा भला उम्र का बंदा है, तू ये मिस करता रहता है और है भी बोली जाता। तेरी किसी बात में अकल सलीम है? डार्क हाउस थोड़ा वेट कर यार, वेट कर यार हुसैनी भाई को सवाल रखने दे ओ म्यूट रख, डार्क हाउस म्यूट रख। ये बंदा बोलता जाता है, ये डार्क ये तारक जवेद का ना दूसरा भरा है, बम्बास्टिक भाई आप भी ऐसे ही करते हैं, आप भी ऐसे ही करते हैं। मैं आपकी तेरियां गल्लां लॉजिक तो बगैर ने म्यूट रख दरा है। अच्छा लगी हुई थी आपकी, पहले ब्रॉड लगी हुई थी कि वो? ओ नहीं वो किसी लानती सरकारी एक छोटा सा सवाल तो रखन दे हुसैनी भाई नू यार। ओ यार बम्बास्टिक साहब बोल रहे हैं, म्यूट रखो। ओए रख लेने दो यार, रख लेने दो इसको। छोटा सा सवाल इन्हें चुप तो करने नहीं, हुसैनी साहब भी इन्हें निबड़ लेंगे। ले रख यार तू सवाल। जी हुसैनी भाई आपसे एक छोटा सा सवाल है हुसैनी भाई। नहीं बड़ा सारा करो जी, कानून छोटा कर। नहीं छोटा ਜਿਹਾ ਸਵਾਲ। ਜੀ ਜੀ ਠੀਕ। ਜੇ ਈਸਾਈ ਮਜ਼ਹਬ ਦੇ ਵਿੱਚ ਇੱਕ ਉਹਨਾਂ ਵਿੱਚੋਂ ਇੱਕ ਸ਼ਾਖ ਉੱਠੇ, ਉਹ ਆ ਕੇ ਕਵੇ ਕਿ ਜੀ ਅਸੀਂ ਜਿਹੜਾ ਵੇ ਅਸੀਂ ਉਹ ਟ੍ਰਿਨਿਟੀ ਨਹੀਂ ਮੰਨਦੇ, ਅਸੀਂ ਜਿਹੜਾ ਵੇ ਹਜ਼ਰਤ ਈਸਾ ਜਿਹੜੇ ਸਨ ਜੀਸਸ ਉਹ ਨਬੀ ਸੀ, ਬੰਦਾ ਸੀ ਸਿਰਫ, ਜੀ ਜੀ, ਉਹ ਕੋਈ ਖੁਦਾ ਨਹੀਂ ਸੀ, क्या क्रिश्चियनिटी ਉਹਨੂੰ कबूल करेगी? जी हाँ बिल्कुल करेगी और है नहीं मौजूद। जी है। नहीं वो तो कहते साहब बिल्कुल है, और इसको बताएं ठीक है, आप बात करें। जी है। ਇਹਦਾ ਹੀ ਨਾਂ ਤੇ ਮਜ਼ਹਬੀ ਆਜ਼ਾਦੀ ਹੈ ਨੇ ਯਾਰ, ਕਿ ਕੋਈ ਆਦਮੀ ਈਸਾ अलैहिस्सलाम ਨੂੰ ਖੁਦਾ ਮੰਨਦਾ ਪਿਆ। ਮੁਸਲਮਾਨ ਤੇ ਖੁਦਾ ਨਹੀਂ ਮੰਨਦੇ, ਦੂਸਰਾ ਖੁਦਾ ਨਹੀਂ ਮੰਨਦੇ, ਲੇਕਿਨ ਈਸਾਈਆਂ ਦੇ ਨਾਲ ਹੀ ਜਿਹੜੇ ਲੋਕ ਮੁਸਲਮਾਨ ਅਮਰੀਕਾ 'ਚ ਰਹਿ ਰਹੇ ਨੇ, ਉਹ ਉਹਨਾਂ ਈਸਾਈਆਂ ਨੂੰ ਬਰਦਾਸ਼ਤ ਕਰ ਰਹੇ ਨੇ ਕਿ ਨਹੀਂ? ਹਾਲਾਂਕਿ ਮੁਸਲਮਾਨਾਂ ਦੀ ਅਕਸਰੀਅਤ ਹੈ ਅਮਰੀਕਾ ਦੇ ਵਿੱਚ, ਚਾਹਣ ਤੇ ਬਾਕੀ ਸਾਰੇ ਈਸਾਈ ਹੈ ਜਿਹੜਾ ਆਪਣਾ ਈਸਾ अलैहिस्सलाम ਨੂੰ ਨਬੀ ਮੰਨਦਾ। ਮੈਂ ਅੱਜ ਕਰ ਰਿਹਾ ਮੰਨਦਾ, ਟ੍ਰਿਨਿਟੀ ਨਹੀਂ ਮੰਨਦਾ। ਈਸਾ अलैहिस्सलाम ਨੂੰ ਖੁਦਾ ਮੰਨਦੇ ਨੇ ਅਮਰੀਕਾ ਦੇ ਵਿੱਚ ਅਕਲੀਅਤ ਈਸਾਈ ਔਰ ਅਕਸਰੀਅਤ ਮੁਸਲਮਾਨ, ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦੇ, ਫਿਰ ਵੀ ਰਹਿਣ ਦੇ ਰਹੇ ਨੇ ਅਮਰੀਕਾ 'ਚ। ਉਹਨਾਂ ਨੂੰ ਵਾਦਾ ਕੱਢ ਦੇਣ ਮੁਸਲਮਾਨ ਵਿੱਚੋਂ। ਠੀਕ ਹੈ, ਲੇਕਿਨ ਕ੍ਰਿਸਚੀਅਨਿਟੀ ਦੇ ਵਿੱਚ ਕੋਈ ਮੈਨੂੰ ਵਿਖਾਓ ਜਿਹੜਾ ਕਹੇ ਕਿ ਈਸਾ ਜਿਹੜਾ ਵੇ ਉਹ ਸਿਰਫ ਖੁਦਾ ਸੀ। ਦਿਖਾ ਦੇਣਗੇ ਤੁਹਾਨੂੰ, ਬੰਦਾ ਮਿਲਾ ਦਿੰਦੇ ਆ ਤੁਹਾਨੂੰ, ਜਿਹੜਾ ਕਹੇਗਾ ਵੀ ਮੈਂ ਜੀ ਮਿਲਾ ਦਿੰਦਾ। अस्सलाम वालेकुम जी वालेकुम अस्सलाम जी। हसन साहब जी जी हसन साहब या डारा हाउस साहब ਨਾਲ ਗੱਲ ਕਰ ਸਕਨੇ ਇੱਕ? ਹਾਂਜੀ ਜੀ ਆਰਫ ਵੇਰਕ ਭਾਈ ਕਰੋ ਕਰ ਸਕਨੇ ਸਰ? ਇਹ ਫਰਮਾਉਂਦੇ ਹੋ, ਮੈਨੂੰ ਸਮਝ ਨਹੀਂ ਆਈ ਕੀ ਕਿਹਾ ਤੁਸੀਂ?
ਮੈਂ ਕਿਹਾ ਸਰ ਜੀ ਡਾਰ ਹਾਊਸ ਨਾਲ ਗੱਲ ਕਰ ਸਕਦੇ ਅਸੀਂ ਦਾਰਾ ਹਾਊਸ ਉਹ ਕੌਣ ਹੈ ਦਾਰਾ ਹਾਊਸ? ਸਾਰਾ ਹਾਊਸ डार्क हॉर्स अच्छा डार्क हाउस हाँ हाँ जरूर करो ये तो इल्म वाले बंदे ने इनको फायदा हासिल करो ਜੀ ਡਾਰ ਹਾਊਸ ਸਾਹਿਬ बल्ले बल्ले ਮੈਂ ਵੀ ਜਦੋਂ ਮੈਂ ਵੀ ਮੈਨੂੰ second ਨਾਂ ਬੰਬਾਸਟਿਕ ਹੀ ਲਿਆ ਹਾਂ। ਭਾਈ ਅੰਬਾਸਕ ਸਾਹਿਬ ਹਰਾਂ ਦੀ ਗੱਲ ਨਾਂ ਨਹੀਂ ਹੁੰਦਾ ਸਿੱਧਾ कोई नहीं ਸਰ ਜੀ ਜਦੋਂ सीधा हो जाए ਵੀ ਕੋ ਫੁੱਲ ਵੱਜ ਜਾਂਦੇ ਨਾ ਕਿ ਅਮਨ ਦੀ ਮਿਸਟਰ ਬੰਬਾਸਟਿਕ ਤੁਹਾਡਾ ਨਾਮ ਸਰ ਜੀ ਤੁਹਾਡੇ ਅੱਗੇ ਗੱਲ ਕਰਨ ਲੱਗਿਆ ਅਮਰਜੀਤ ਸਾਹਿਬ ਨੂੰ ਜਿੰਨਾ ਚਿਰ 20 ਕੋ ਫੁੱਲ ਨਾ ਵੱਜਣ ਉਹਨਾਂ ਚਿਰ ਤੇ ਉਹ ਫੋਨ ਛੱਡ ਕੇ ਨਹੀਂ ਜਾਂਦਾ ਟਿਕਟਾਕ ਜਦੋਂ ਉਹਨੂੰ ਕੋ 20 ਕੋ ਫੁੱਲ ਵੱਜ ਜਾਣੇ ਨੇ ਤਾਂ ਉਦੋਂ ਉਹ ਤੁਰ ਜਾਂਦਾ ਉਹਨਾਂ ਨੂੰ ਤੇ ਜਦੋਂ ਫੁੱਲ ਸਰ ਫੁੱਲ ਉਹ ਵੱਜਣੇ ਗਾਲਾਂ ਚਾਹੀਦੇ। ਕੱਢਦਾ ਮਿਰਜ਼ਾ ਸਾਹਿਬ ਹਰਾਂ ਤੁਸੀਂ ਨੂੰ ਮੇਰੇ ਨਾਲ ਗੱਲ ਕਰੋ ਨਾ ਯਾਰ, ਤੁਸੀਂ ਉਹਨਾਂ ਦੀ ਗੱਲ ਮੇਰੇ ਉਹਨਾਂ ਦੀ ਗੱਲ ਤੁਹਾਡਾ ਨਹੀਂ ਕਰਾਂ ਜਦੋਂ ਸਰ ਜੀ ਉਹ ਮਿਰਜ਼ਾ ਸਾਹਿਬ ਹਰਾਂ ਨੂੰ ਗਾਲਾਂ ਕੱਢਦਾ ਉਦੋਂ ਤੁਸੀਂ ਉਹਨੂੰ ਨਹੀਂ ਕਦੀ ਆਖਿਆ ਕਿ ਤੁਸੀਂ ਕਿਉਂ ਗਾਲਾਂ ਕੱਢਦੇ ਹੋ ਫਿਰ ਯਾਰ ਫੇਰ ਸਾਹਿਬ ਉਹ ਐਸਾ ਮੌਜੂਦ ਨਹੀਂ ਹੈਗੇ, ਉਹਨਾਂ ਦੇ ਬੈਗ ਤੇ ਗੱਲ ਕਰਨੀ ਹੈ। ਨਹੀਂ ਸਰ ਜੀ ਜਦੋਂ ਮੌਜੂਦ ਹੁੰਦੇ ਨੇ ਉਦੋਂ ਵੀ ਨਹੀਂ ਤੁਹਾਡੇ ਜੋ ਮਹਿਰ ਸਾਹਿਬ ਉਦੋਂ ਮੌਜੂਦ ਹੁੰਦੇ ਨੇ ਉਦੋਂ ਵੀ ਨਹੀਂ ਕੋਈ ਬੰਦਾ ਗੱਲ ਕਰਦਾ ਉਦੋਂ ਉਹਨਾਂ ਨੂੰ ਵੀ ਆਖਿਆ ਕਰੋ ਨਾ ਇਹਨਾਂ ਨੂੰ ਵੀ ਨਾ ਗੁੱਸਾ ਲੱਗੇ ਕਵੇ ਕਿਸੇ ਦੇ ਮਤਲਬ ਗਾਲ ਨਾ ਕੱਢਿਆ ਕਰੋ ਉਂਝ ਤਰੀਕੇ ਨਾਲ ਗੱਲ ਕਰ ਜਦੋਂ ਤਰੀਕੇ ਜੋਗਾ ਗੱਲ ਕਰਨ ਜੋਗਾ ਨਾ ਹੋਏ ਉਹ 20 ਬੰਦਿਆਂ ਨੂੰ ਸੁਣਾਉਣ ਵਾਸਤੇ ਕਿ ਮੈਨੂੰ ਫੁੱਲ ਵੱਜਣ ਤੇ ਮੈਂ ਥੋੜਾ ਘਰ ਆਰਾਮ ਨਾਲ ਤੁਰ ਜਾ ਅਹਿਮਦੀ ਬਰਾਡਾਂ ਦੇ ਉੱਤੇ ਦੇਖੋ, ਅਹਿਮਦੀ ਬਰਾਡਾਂ ਦੇ ਉੱਤੇ ਸਭ ਤੋਂ ਵੱਡਾ ਮਸਲਾ ਇਹ ਚੱਲ ਰਿਹਾ, ਜਿਹੜਾ ਇਲਮ ਵਾਲਾ ਬੰਦਾ ਵੇ ਨਾ ਉਹਨੂੰ ਉਹਨਾਂ ਨੇ ਗਾਲੀ ਬਾਤ ਕਰਾਰ ਦੇ ਛੜਿਆ, ਜਿਵੇਂ ਮੌਲਾਨਾ ਸਾਹਿਬ ਨੂੰ ਕਿ ਉਹ ਨਹੀਂ ਚੁੱਕਣਾ ਇਹਨੂੰ ਨਹੀਂ ਚੁੱਕਣਾ, ਇਹ ਗਾਲੀ ਬਾਤ ਹੈ। ਹਾਲਾਂਕਿ ਉਹ ਗਾਲੀ ਬਾਤ ਨਹੀਂ ਹੈਗੇ, ਜੂੰ ਹੀ ਉਹ ਬੋਲਦੇ ਨੇ ਉਸ ਵਕਤ ਤੁਸੀਂ 4-5 ਉਹਨਾਂ ਨੂੰ ਰਲ ਕੇ, ਮੈਂ ਹੁਣ ਲਫ਼ਜ਼ ਇਸਤੇਮਾਲ ਕਰਨਾ ਪੰਜਾਬੀ ਵਾਂਗੂ ਪੈ ਜਾਂਦੇ ਹੋ, ਐਸਾ ਨਹੀਂ ਹੁੰਦਾ। ਨਹੀਂ ਸਰ ਜੀ ਪਹਿਲਾਂ ਇਹ ਨਹੀਂ ਗਾਲ ਕਰਦੇ, ਪਹਿਲਾਂ ਜਦੋਂ ਉਹਨਾਂ ਕੁੱਡੀ ਆਈ ਸੁਣਨੇ ਆ ਮੈਂ ਤਾਂ ਅੱਜ ਪਹਿਲੇ ਦਿਨ ਆਇਆ ਚਲੋ ਮੈਨੂੰ ਇਹਨਾਂ ਨਹੀਂ ਮੌਲਾਨਾ ਸਾਹਿਬ ਬੜੇ ਆਰਾਮ ਨਾਲ ਗੱਲ ਕਰਦੇ ਨੇ, ਆਪਣਾ ਮੁੱਦਾ ਰੱਖਦੇ ਨੇ, ਆਪਣਾ ਇੱਕ ਬਿਆਨ ਰੱਖਦੇ ਨੇ, ਪਲੱਸ ਹਵਾਲਾ ਰੱਖਦੇ ਨੇ, ਹਵਾਲਾ ਰੱਖਣ ਤੋਂ ਬਾਅਦ ਪੁੱਛਦੇ ਨੇ ਤੁਹਾਨੂੰ, ਜਿਉਂ ਹੀ ਉਹ ਰੱਖਦੇ ਨੇ ਹਵਾਲਾ ਉਸ ਵਕਤ ਇੱਕ ਬੰਦੇ ਨਾਲ ਗੱਲ ਹੋ ਰਹੀ ਹੁੰਦੀ ਹੈ। ਮੈਂ ਅਕਸਰ ਵੇਖਿਆ ਵੇ, ਮੈਂ ਹਾਲਾਂਕਿ ਬਹੁਤ ਘੱਟ ਆਉਂਦਾ ਵਾਂ ਲੇਕਿਨ ਮੈਂ ਅਕਸਰ ਵੇਖਿਆ ਉਸ ਵਕਤ ਸਾਰੇ ਬੋਲਣਾ ਸ਼ੁਰੂ ਹੋ ਜਾਂਦੇ ਨੇ, ਉਸ ਵਕਤ ਫਿਰ ਕੋਈ ਨਾ ਕੋਈ ਵਿੱਚੋਂ ਗਲਤ ਸਰ ਜੀ ਅੱਧਾ ਵਾਲਾ ਰੱਖਦੇ ਨੇ ਤਾਂ ਨਹੀਂ ਰੱਖਦੇ। ਆਰਫ ਸਾਹਿਬ ਰਹਿਣ ਦਿਓ, ਇਹ ਬੰਬਾਸਟਰ ਦਾ ਕੇਸ ਹੈ, ਮੰਨ ਜੋ ਮਿਊਟ ਰੱਖ ਲਓ। ਆਰਫ ਮੰਨ ਸਾਹਿਬ ਜਾਓ। ਉਹ ਤੁਸੀਂ ਇੱਥੇ ਆ ਜਾਓ ਕੱਲ ਅਲਾਮਾ ਸਾਹਿਬ ਇੱਥੇ ਆਉਂਦੇ ਨੇ, ਇਹ ਮੈਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਇਹ ਸਵਾਲ ਦਾ ਮੈਂ ਜਵਾਬ ਦੇ ਦਿਆਂ ਆਰਫ ਸਾਹਿਬ ਨੂੰ। ਜੀ ਬਿਸਮਿਲ੍ਲਾ ਬਿਸਮਿਲ੍ਲਾ। ਆਰਫ ਸਾਹਿਬ ਨਹੀਂ ਸਰ ਜੀ ਮੈਂ ਬਹੁਤੀ ਗੱਲ ਨਹੀਂ ਕਰਨੀ, ਡਾਕਟਰ ਸਾਹਿਬ ਇਹ ਆਖੀ ਕਿ ਬਾਸਕਟ ਸਾਹਿਬ ਨੂੰ ਮਨਾ ਕਰ ਸਕਦੇ ਨੇ ਤੇ ਉਹਨਾਂ ਨੂੰ ਵੀ ਜਦੋਂ ਆਉਂਦੇ ਨੇ ਉਹਨਾਂ ਨੂੰ ਆਖਿਆ ਕਰੋ ਕਿ ਕਿਸੇ ਨੂੰ ਗਾਲ ਨਾ ਕੱਢਿਆ ਕਰੋ, ਤਰੀਕੇਕਾਰ ਨਾਲ ਗੱਲ ਕਰੋ। ਮੌਲਾਨਾ ਸਾਹਿਬ ਯਕੀਨ ਕਰੋ ਬੜੇ ਤਰੀਕੇ ਦੇ ਨਾਲ, ਬੜੇ ਤਮੀਜ਼ ਦੇ ਨਾਲ, ਉਹ ਇੱਕ ਬੰਦਾ ਮੈਂ ਵੇਖਿਆ ਵੇ, ਮੈਂ ਤਾਂ ਉਹਨਾਂ ਦੇ ਵਿੱਚ ਤਰੀਕਾ ਨਹੀਂ ਵੇਖਿਆ, ਆਰਾਮ ਨਾਲ ਗੱਲ ਕਰਦਾ, ਇੰਤਜ਼ਾਰ ਕਰਦੇ ਰਹਿੰਦੇ ਨੇ, ਫੁੱਲਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ਜਦੋਂ ਫੁੱਲ ਵੱਜਦੇ। ਉਹਨਾਂ ਨੂੰ ਕੋਈ ਫੁੱਲਾਂ ਦੀ ਲੋੜ ਨਹੀਂ ਹੈਗੀ ਯਾਰ, ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਫੁੱਲਾਂ ਦੀ ਲੋੜ ਹੀ ਸਰ ਜੀ, ਮੈਂ ਵੇਖਿਆ ਨਾ ਆਮ ਤੌਰ ਤੇ ਉਹ ਯਾਰ ਤੁਹਾਡਾ ਜ਼ਿਹਨ ਹੈ, ਉਹ ਦੋ ਬੰਦੇ ਉਹਨੂੰ ਹਰਾ ਕਰ ਛੱਡਣਾ, ਸ਼ੀਸ਼ੀ ਕਰ ਛੱਡਦਾ, ਬਸ ਇਹ ਖੁਸ਼ ਹੋ ਜਾਂਦੇ ਨੇ। ਬੰਦਾ ਵੀ ਇਸ ਵਕਤ ਪੂਰੀ ਬਰਾੜ ਦੇ ਉੱਤੇ ਜਿਹੜਾ ਆਪਣਾ ਅਹਿਮਦੀਆਂ ਨਾਲ ਬਹਿ ਕੇ ਇਕੱਠਿਆਂ ਗੱਲ ਕਰਦਾ ਵੇ, ਉਹਦੇ ਬਾਅਦ ਠੀਕ ਹੈ ਕੋਈ ਨਾ ਕੋਈ ਵਿੱਚ ਆ ਜਾਂਦਾ ਜਿਹੜਾ ਨਖੇੜ ਪਾਉਂਦਾ ਹੈ, ਲੇਕਿਨ ਉਹ ਬੰਦਾ ਮੌਲਾਨਾ ਸਾਹਿਬ ਇਹੋ ਜਿਹੇ ਨੇ ਕਿ ਉਹ ਹਮੇਸ਼ਾ ਬੜੇ ਤਰੀਕੇ ਨਾਲ ਟੁਰਦੇ ਨੇ ਤੇ ਬੜੇ ਤਰੀਕੇ ਨਾਲ 2-2 ਘੰਟੇ ਗੱਲ ਕਰਦੇ ਨੇ ਅਹਿਮਦੀਆਂ ਨਾਲ, ਵਿੱਚੋਂ ਕੋਈ ਨਾ ਕੋਈ ਆ ਜਾਂਦਾ। ਸਰ ਜੀ ਗੱਲ ਕਰਦਾ ਨਹੀਂ ਉਹ ਸਹੀ, ਬਸ ਇਸੇ ਗੱਲ ਹੀ ਹੈ ਕਿ ਬੰਦੇ ਨੂੰ ਮਤਲਬ ਖੁਸ਼ ਕਰਨਾ ਚਾਹੁੰਦਾ कि मैं बड़ा नहीं करना चाहते, वो अपना मुद्दा रखते हैं यार। आरफ साहब मैं आपको बता रहा हूँ कि ये आप जितनी मर्जी बात करेंगे रिजल्ट जीरो है, वो इस्लाम का असल फेस है, असल सलाम उनको सर मेहरबानी सर बहुत मेहरबानी सर जी, ओके थैंक यू सर जी। वो बम्बास्टर साहब को बात सर मेहरबानी चुका दी जी, असल इस्लाम का रियल फेस है। 2 मिनट कौन रियल फेस करे जी बम्बास्टर साहब बात से कौन रियल फेस? ले हुसैनी साहब क्या मिसाल दी है कि अगर ईसाइयों में कोई ऐसा फिरका उठ पड़े जो कि सैयदना ईसा अलैहिस्सलाम को खुदा ना माने ते ओ जड़े ने ओ बर्दाश्त करनगे जी, ओ सारे मुसलमानां नूं ते बर्दाश्त पे करदे ने कि जड़े सैयदना ईसा नूं सिर्फ एक नबी मानदे ने और अपने नबी नूं कहंदे ने कि साडा नबी सब तो ਉੱਚਾ है, ਉਹ सैयदना ईसा ਜਿਹੜੇ ਨੇ ਉਸ ਤੋਂ ਵਾਧੂ ਨੇ, ਉਹ ਇਹਨਾਂ ਨੂੰ ਤੇ ਬਰਦਾਸ਼ਤ पे करदे ने। क्या बात है यार तुम्हारी, इसी दीन के खातिर रसूल अल्लाह को अल्लाह ताला ने महबूस फरमाया था। अगर ये बात थी तो नबी करीम सल्लल्लाहु अलैहि वसल्लम को कुफार का जो कानून था मक्का वालों का वो मान लेना चाहिए था और बुत पूजने शुरू कर देने चाहिए थे, ठीक है।
और उनके सामने क्यों कहा कि मेरे एक हाथ पे चन्न रख दियो ते दूजे हाथ ते सूरज रख दियो, लेकिन मैं जो बात जो हक की है वो मैं करने से बाज नहीं आऊंगा। बाज नहीं हालांकि मिर्जा साहब हालांकि चाचे और ने क्या अबू तालिब ने कि मैं बूढ़ा हो गया हूँ, मैं तेरी हिफाजत करना चाहता हूँ, ना कर यार बाज आ जा। कहा नहीं चाचा जी मैं नहीं आ सकता। उन्होंने कहा हैं प्रोफेसर मैं भी प्रोफेसर ओ यार तू ही प्रोफेसर है, मैं क्या मैं प्रोफेसर हाँ। मैं किसी ਨੂੰ ਕਿਹਾ ਮੇਰੇ ਮੂੰਹੋਂ ਸੁਣਿਆ ਕਿਸੇ ਨੂੰ ਕਹਿੰਦੇ ਹਕੂਮਤ ਕਹਿ ਕੇ ਗਵਰਨਮੈਂਟ ਨੂੰ ਅੰਗਰੇਜ਼ ਨੂੰ ਦਜਾਲ ਕਹਿ ਕੇ ਬਾਅਦ ਚ ਉਹਨਾਂ ਸੇ ਈਦ ਦੀ ਨਮਾਜ਼ ਤੇ ਦੁਆਵਾਂ ਕਰਾਉਂਦੇ। ਉਹਨਾਂ ਨੇ ਕਦੇ ਵੀ ਦੁਆ ਕਰੋ ਸਾਰੇ ਰਲ ਕੇ। ਉਹਨਾਂ ਨੇ ਕਦੇ ਵੀ ਗਵਰਨਮੈਂਟ ਨੂੰ ਦਜਾਲ ਨਹੀਂ ਕਿਹਾ। ਉਹਨਾਂ ਨੇ ਗਵਰਨਮੈਂਟ ਨੂੰ ਦਜਾਲ ਮੇਰੇ ਕੋ ਹਵਾਲਾ हुसैनी साहब ਉਹਨਾਂ ਨੇ ਕਿਹਾ ਇਹ ਦਜਾਲ ਹਕੂਮਤ ਹੈ ਤੇ ਫਿਰ हुसैनी साहब कार खास भाई एक मिनट बाद हुसैनी साहब जी जी यार ਹੁਣ 5 ਬੰਦੇ ਰਲੇ ਹੋ, ਮੈਂ ਇਕੱਲਾ ਬੈਠੇ ਆਵਾਂ मैं अकेले ओ भाई मैं ਛਿਆਂ ਵਿੱਚ ਸੱਤਾਂ ਵਿੱਚ भाई ਮੈਨੂੰ ਨਹੀਂ ਪਤਾ ਹੁਣ ਤੇ ਤੁਹਾਡਾ ਮੁਸਲਮਾਨ ਪੁਰਤਗਾਲੀ ਭਰਾ ਹੈ। मीर साहब ने जमील साहब आपको किस बात पे गुस्सा आया हुआ है? आप पुर्तगाल आ जाए, आपकी मेहमान नवाजी करता हूँ वहाँ पे। क्या हो गया? मैंने आपको कोई बात की? अल्लाह ताला के फजल से मैं पूरी दुनिया अच्छा भैया आपने क्या मेरी मेहमान आप नवाजी मेडल ले लें, आप मेडल ले लें, आप मेडल ले लें। मैं क्या ले लूं मैं? ਸਲਾਮ ਵਰਹਿਮਤੁਲਾਹ। ਸਾਡੇ ਵਾਟਰ ਭਾਈ ਆਏ, ਵਾਟਰ ਭਾਈ ਆ ਕੇ ਜ਼ਰਾ ਛਟਾ ਮਾਰੋ ਜ਼ਰਾ। छट्टा मारते हैं, आज आप पे ही छट्टा मारना है यार। आपको तो मैं बड़ा अच्छा आदमी समझता था डॉर्कस साहब। अच्छा जी आज आप ਮੈਂ ਤੁਹਾਡੇ ਨਾਲ ਦਾ ਹੀ ਹਾਂ, ਮੈਂ ਵੀ ਇਨਸਾਨ ਹਾਂ, ਮੈਂ ਕੋਈ ਜਾਨਵਰ ਹਾਂ। मैं डार्क हॉर्स साहब से जरा बात करना चाहता हूँ, अगर आप मुझे इजाजत दें। नहीं वो तो करें, लेकिन आप अच्छा समझते थे तो अभी थोड़ी देरी हुई है कि अब समझना शुरू कर दिए। हाँ जी हुसैनी साहब, 3:45 बजे जनाब मैं गया जाली हुसैनी साहब की ब्रॉड पे। एक जाली हुसैनी साहब हैं जो आमिर साहब। हाँ वो घंटा पहला। हाँ 3:45 बजे आज की तारीख में टाइम लिख लें, कनाडा अमेरिका टाइम। तो जनाब अली वो गंदी जबान का इस्तेमाल वो बंदा कर रहा है, वो गंदी गालियां उसने आज हज़रत मसीह को दी हैं। मैंने नहीं की। तो यार आप अभी भी उसको कह रहे हो कि वो बड़ा ही अच्छा है, बड़ा ही नेक है, बड़े तरीके से बात करता है। ये वो सुना नहीं है यार, ये आपके मतलब कि ये आपकी इस्लाम की प्रोडक्ट है, जिस इस्लाम को आप रिप्रेजेंट करते हो। भाई मैं जो है पहुंचा हूँ उस बरात पे, मैं एक सवाल रखने की कोशिश की है, उस पर बरात गिर गई है तो मैं ब्रॉड गिर गई। भाई आप सुन तो रहे थे ना, तो आपने उसका इखलाक देख लिया था। तो आप गवाहियां जो दे रहे हो, ये बेचारा यतीम मिस्कीन बस सवाल ही रखता है मेरा एक सवाल रख के रह जाता है। ब्राड छोड़ देने ब्रॉड वो तो खैर आपकी मशहूरी है ना, आपके लिए ब्रॉड गिरानी पड़ती है, आप चुप नहीं करते। मेरा एक सवाल ठहर यार, एक मिनट ठहर जा। मुझे ये बता कि यार तुम्हें इतना भी नहीं समझ आती कि वो किस कदर गंदा और बद इखलाक आदमी है, और तुम उसको इलामा करके सिर पे चढ़ा रहे हो। वो बंदा गलत नहीं है, वो अपना सवाल। वो बंदा बड़ी अच्छी जबान का इस्तेमाल कर रहा था आज। किस बंदे को आज उसने गंदी गाली नहीं दी। और ये तारिक चौहान उसके साथ जो है ना, उसका लेला बन के बैठा होता है वहां पे, और वो चुप करता है। तो ये उसको बताता है कि मिर्जा साहब ने ये भी कहा था, मिर्जा बशीरुद्दीन ने ये भी कहा था, ये भी साथ बैठा होता। वो चौहान भाई को जो मसला है ना, उनको मसला चौहान भाई को ये है। वो चौहान भाई को नहीं, ये तेरे बड़े भरा को भी मसला नहीं मानते, और तुझे भी मसला है, नबी नहीं मानते। अगर आपने अपने नबी की यही तालीम दुनिया को बतानी है कि हम गंदी गालियां देते हैं, कादियानी हमें सलाम करें तो हम जो अकीदे का इजहार कर देते हैं, और फिर अकीदे का इजहार आपका जो होता है वो पता नहीं कौन सी किताब में लिखा हुआ है, कौन से आसमानी सहीफे में, जिस अकीदे का आप इजहार करते हो। अच्छा आपने अभी 5 मिनट यार मतलब ये मेरी बात सुनो यार, तुम लोगों के अंदर कोई थोड़ी सी शर्म है, कोई शर्म मतलब कि कोई मतलब कि कोई शर्म का एक जरा होता है किसी आदमी के अंदर। मतलब इतना तुम लोग झूठ बोलते हो यार, इतने तुम झूठे और गंदे हो। शर्म दिखाता हूँ मैं आपको, शर्म दिखाता हूँ। हाँ बहुत गंदे तुम लोग हो, और ये तुम्हारी प्रोडक्ट है, ये तुम्हारा लामा जो है ये तुम्हारी प्रोडक्ट है। ये तुमने रसूलुल्लाह का रिप्रेजेंटेटिव चुन के दुनिया के सामने रखा है। ये टिकटॉक सारी दुनिया देखती है। नाउजुबिल्लाह मिन ज़ालिक ये तुमने इस्लाम का नमूना लोगों के आगे रखा है।
اور پھر کہتے ہو جی ہمیں قادیانی نے سلام کیا تو ہم عقیدے کا اظہار کریں گے. اور عقیدے کا اظہار کیا ہے آپ کا؟ او تیری بہن نو، تیری ماں نو، او مرزے دی بہن نو، ماں نو، فلانی نو. یہ آپ کا عقیدہ ہے؟ تسی ہن کنی کی دیر اور یار یہ کون سا اسلام آپ نے کہاں سے سیکھا ہے؟ کون سے والدین نے آپ کی مجھے تربیت کوئی کی یاد ہے؟ ہے آپ کے سوال لگاتار سوال بولتے جا رہے ہیں بولتے جا رہے ہیں لگاتار بولتے جا رہے ہیں. تو جو تعریفیں کری جا رہے ہیں علامہ صاحب یہ، علامہ صاحب وہ، یار ایسے کا تو مردود شیطان مردود کا یہ جائز وارث ہے تمہارا علامہ جو ہے. وہ ابھی یہاں آتا تو پھر میں نے اس کے ساتھ کرنی تھی آج، لیکن وہ آج وہ آیا نہیں ہے ابھی تک. چلو بہرحال اب تم بول لو جتنے جھوٹ بولنے ہیں. واٹر بھائی مجھے تو ابھی یاد بھی نہیں آپ نے کتنے ایک منٹ ہو گیا بول رہے ہیں. تینوں کچھ نہیں یاد ہوئے گا، تینوں نہیں کچھ یاد رہنا. تینوں سلام کریں گے نا السلام علیکم، پھر تو اپنے عقیدوں کا اظہار کرے گا. یہ تمہارا اسلام ہے. ہاں ابھی یاد آ گیا. آپ مجھے یہ بتائیں کہ اگر ابھی اب اچھا واٹر بھائی جی، واٹر بھائی آپ جو بات کر رہے ہو نا، چل میری بات ختم ہو گئی ہے، اب میرے سے بات نہ کر، چل پر آؤ. میرے نال نہ گل کر. واٹر بھائی آپ نے بات میرے نال نہ گل کرنی تھی، جواب نہیں دینا. نہیں نہیں جواب نہیں دینا. تینوں سوال ہی نہیں سمجھ آیا، دفع ہو جا تو. واٹر بڑا چہرے باز بڑا ہے. اچھا واٹر بھائی بات سن، مجھے پہلے یہ سمجھائیں یار انہوں نے. اچھا لگاتار 15 منٹ ہو گئے ہیں وہ مجھے لگاتار جو ہے وہ اچھا جمیل صاحب یار محمد بھائی یہ بات نہیں ہے. نہیں ایک منٹ انصاف رہ گیا، انصاف کرو. سوال جو پہلے ہوا تھا نا وہ رہ گیا. جمیل بھائی جی سوال ہوا تھا کہ کرسچن میں جیسے ملکوں میں بمباسٹک بھائی نے اگر کوئی بمباسٹک بھائی کی طریقہ ہے اگر کوئی خدا کا بیٹا نہ مانے اس کو کیا وہ کرسچینٹی سے نکال دیتے ہیں. میں آپ کے سامنے چند ایک کرسچینٹی ایک گروپ رکھتا ہوں، ان کے چرچوں کے نام رکھتا ہوں جنہوں نے عیسیٰ علیہ السلام وہ مانتے ہیں، کرسچینٹی ان کو مانتی ہے، اگر ان کو ابھی بھی کرسچن کہا جاتا ہے. ڈائریکٹ چپ کر یار، میوٹ رکھ. یہ جناب پہلا ہے جناب جڑا تھلے واٹر بول رہا ہے ایک گھنٹہ اس وقت تہاڈی کی تسی جمیل صاحب جو ہی میں بول رہا ہوں تہاڈی آپ وہ چلے گئے یار، میوٹ رکھ. یہ بڑے قابل لوگ بات کرنے لگے ہیں. میوٹ رکھ جمیل صاحب. یہ نا پہلا ہے پہلا واٹر قابل سی، پھر بمباسٹک قابل ہے، پھر محمد احمد بھائی قابل نے، پھر میرا نا ہی ایسا قابلیت ہے ڈاکٹر، میرا نا ہی ایسا قابلیت ہے. کیونکہ تسی جواب تسی بھائی جان جواب برداشت نہیں کر سکتے، تانوں پتہ جواب دے ٹھک جاؤں گے. ڈارک ہورس صاحب فرقے دے نام دس دینے، نوٹ کرو، چیک کرو. بمباسٹک بھائی گل سنو میری بمباسٹک بھائی گل سنو کہ یار یہ طریقہ نہیں ہوندا یار. ٹھیک ہے سینی بھائی دی براٹ تے ہاں تہاڈا اوتھے ہولڈ ہے مان لیا، لیکن جے میں کلا بیٹھے ہاں تہاڈے پنجاں وچ چھیاں وچ، یہ مطلب یہ نہیں ہے کہ تسی بولتے ہو ایک بولے دوجا بولے تیجا بولے. اور سن تے لو نا محمد بھائی، سن لو محمد بھائی، سن لو احمد بھائی کہ پہلا بولے اپنا واٹر آ کے وہ اپنا غصہ لا کے ٹر جے، ختم ہو گئی جی ختم ہو گئی. وہ بعد صابر بھی بولن کہ جو تو جواب منع کر رہے نے. صابر بھائی نے آخیا جو واٹر بھائی 15 منٹ بول کے گئے تو جواب نہیں دینا، ہوں دین کے جواب. احمدی دا نہیں وہ اچھا یعنی کہ سوال کیتا سی نا ڈاکٹر صاحب. بھائی جان منو تسی صرف اینا دس دیو، میں دس دن وہ بھی دسن لگا، وہ بھی دسن لگا. محمد بھائی نہیں دسو نا، سوال سنیا ہے نہیں دسن کی لگے لگا. اور محمد بھائی تو کی سوال ہے میرا؟ میں دس دینا تہاڈا سوال سی. سوال میرا ہے وے میں دس دینا میں سوال پہلا کر لواں. میرا سوال کیڑا ہے میں دس دینا. میرا سوال سن لو میرا سوال مینوں پتہ تہاڈا سوال نہیں تانوں نہیں پتہ. دیکھو جی سوال نہیں آیا نا، سن لو تہاڈا پہلے والا سوال آ گیا. نہیں ہن میں بولن نہیں دینا گا، ایسا نہیں ہوندا. پہلے والا سوال نہیں ہے کہ 5 بندے بیٹھے ہو کہ آپس دے وچ یار میرا نام محمد ہے، مینوں تو بولن دیو یار. جڑا وے تسی کپ میرے نام دی عزت رکھو ڈاکٹر صاحب. میرا نام محمد ہے. تسی بھائی جان بسم اللہ تواڈے میں نام دی عزت رکھو، نام دی رسپیکٹ رکھ کے عزت رکھ کے کر رہے ہاں کہ میں پوچھ رہا ہاں کہ تسی اپنا نبی جڑا وے اونوں جڑا وے سچا کرنا وے بابیاں دی جڑا وے انہوں نے لکھی تحریراں تو کیونکہ انہوں نے نقل کیتی ہے تے ہن وہ سچا ہو گیا. مک گیا سوال یار کوئی طریقہ ہے تہاڈا؟ مک گیا سوال جی تسی اپنا نبی ادب سے بات کریں، تسی نبی اپنا ثابت پہ کر دیو، ادب سے بات کریں، ادب سے شرم ہونی چاہیے تھوڑی جی. سیدھے کو ٹھیک کریں. اچھا سیدھا ٹھیک کریں، ادب سے بات کریں. سوال کا جواب لینا تو ادب سے کریں. اس سوال تے میں کیتا ہی کوئی نہیں. صابر سائیڈ بھائی ہوں کی کرے. اچھا لو جی جمیل صاحب ڈارک گھوڑا صاحب یہ بتائیں کہ
अगर आपका कोई नबी हो उसको आप कैसे सच्चा ਅੱਛਾ साबित ਹੁਣ करते ਇਹ ਵੇਖ ਲਓ ਸਾਹਿਬ ਆਪਣਾ ਮੁਹੰਮਦ ਭਾਈ ਮੈਨੂੰ ਸਵਾਲ ਪੇ ਕਰਦੇ ਨੇ ਹੁਣ ਸੁਣ ਲਓ ਪਹਿਲਾਂ हाँ, ਕੀ ਬਸ सवाल ਭਾਈ करੋ कितना है अगर यार, तो सवाल आपका कर लो, कोई चुप नबी हो हो जाओ। आप उसको कैसे सच्चा साबित करते हैं? ਜੀ 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 ਕਿਹਨੂੰ ਸਵਾਲ ਹੋਇਆ तानू ਮਨੂ हाँ जी नबी को किसने सच्चा साबित करी था? ਹਾਂ ਜੀ भाई ਮੈਨੂੰ म्यूट ਜਵਾਬ रखे ਦਿਓ ये ਕਿਉਂਕਿ बम्बास्टर ਆਪਣਾ ਸਵਾਲ साहब की ਮੈਨੂੰ और ਕੀਤਾ ਤੁਸੀਂ उसकी ਜਵਾਬ 1 to 1 बात है। जी जी नबी नु किस तरह सच्चा साबित कर दियो तुसी? ਨਬੀ ਨੂੰ ਭਾਈ ਨੇ ਇਸ ਨੂੰ ਸੱਚਾ ਸਾਬਤ ਕਰਨਾ ਹੈ ਕਿਉਂਕਿ ਹਜ਼ਰਤ ਈਸਾ ਅਲੈਹਿਸਲਾਮ ਆਖਿਆ ਸੀ ਅਹਿਮਦ ਆਏਗਾ ਤੇ ਮੁਹੰਮਦ ਸੱਲਮ ਆਏ ਨਬੀ ਨੇ ਨਬੀ ਵਾਸਤੇ ਆਖਿਆ ਤੁਸੀਂ ਜਿਹੜਾ ਸਾਬਤ ਕਰਦੇ ਹੋ ਨਾ ਵੇ ਤੁਸੀਂ ਸਾਬਤ ਕਰ ਰਹੇ ਹੋ ਕੋਈ ਬਜ਼ੁਰਗ ਦੀ ਤਰੀਰ ਕੱਢ ਕੇ ਕੋਈ ਉੱਥੋਂ ਕੱਢ ਕੇ ਲੋ ਜੀ ਤੁਹਾਡੇ ਬਜ਼ੁਰਗ ਲਿਖਿਆ ਆਪਣਾ ਨਬੀ ਸਾਬਤ ਤੇ ਕਰਦੇ ਹੋ ਸ਼ਰਮ ਕਰੋ ਥੋੜੀ ਜਿਹੀ ਯਾਰ चलो ਅਕਲ नहीं ਹੁੰਦੀ ਹੈ ਬੰਦੇ ऐसे ਨੂੰ ਅਸੀਂ ਸ਼ਰਮ ਕਰ ਲੈਂਦੇ ਨਹੀਂ ਹਾਂ। ਯਾਰ ਐਸਾ ਨਹੀਂ ਹੁੰਦਾ ਇਹ ਬੜਾ ਤੁਹਾਡਾ अदब अदब नहीं ਕੋਈ ਕਰਨ ਅਦਬ ਹੋਰ ਕੀ ਹੈ ਮੈਂ अच्छा ਕਹਾਂ, नहीं नहीं ਅਸੀਂ ਸ਼ਰਮ ਕਰ ਲੈਂਦੇ ਤੁਸੀਂ ਹਾਂ। ਸਾਡੇ ਕੋਈ ਬਾਬੇ ਦੀ ਤਰੀਰ ਰੱਖ ਕੇ ਤੁਸੀਂ ਕਹਿੰਦੇ ਹੋ ਵੇਖੋ ਤੁਹਾਡੇ ਬਾਬੇ ਨੇ ਆਖਿਆ ਸਾਡਾ ਨਬੀ ਸੱਚਾ ਹੈ ਤੁਹਾਡੇ ਬਾਬੇ ਨੇ ਆਖਿਆ ਸਾਡਾ ਨਬੀ ਸੱਚਾ ਨਹੀਂ ਅਸੀਂ ਇਹ ਤਾਂ ਐਸਾ ਬਿਲਕੁਲ ਨਬੀ ਨਹੀਂ ਸੱਚਾ ਕਰਦੇ ਹੋ ਬੇ ਨਹੀਂ ਨਹੀਂ ਉਹ ਬਿਲਕੁਲ ਯਾਰ ਨਹੀਂ ਤੁਸੀਂ ਆਪਣੇ ਨਬੀ ਤਰਫ ਹੋ ਜੇ ਤੁਸੀਂ ਨਹੀਂ, ਨਬੀ ਸੱਚਾ ਸਾਬਤ ਕਰਨਾ ਨਹੀਂ, ਹੈ ਨਹੀਂ। ਆਪਣੇ ਨਬੀ ਦੀ ਤਰੀਰ ਰੱਖੋ ਅਸੀਂ ਤੇ ਆਖੋ, ਇਹ ਹੱਕ ਹੈ ਫੈਰਤੀ ਫਿਨਿਸ਼ ਅਸੀਂ ਬਿਲਕੁਲ ਸ਼ਰਮ ਨਹੀਂ ਹੁੰਦੀ ਹੈ ਕਰ ਬੰਦੇ ਨੂੰ ਅੱਛਾ ਤੇ ਜੀ ਫਿਰ ਬਾਬਿਆਂ ਨੂੰ ਕਿਉਂ ਵਿੱਚ ਲਿਆ ਕੇ ਆਉਂਦੇ ਹੋ ਯਾਰ ਜਦੋਂ ਚਲੋ ਗੱਲ ਬਾਬਿਆਂ ਖਤਮ ਨੂੰ ਕਰ ਠੀਕ ਹੈ। ਜਦੋਂ ਗੱਲ ਖਤਮ ਕਰ ਲੈ ਮੈਨੂੰ ਦੱਸੀ ਜੀ ਜੀ ਖਤਮ ਹੋ ਗਈ ਹੈ ਭਾਈਜਾਨ ਚੱਲ ਮਿਊਲਾ ਸ਼ਾਬਾਸ਼ ਮਿਊਲਾ ਥੈਂਕ ਯੂ ਜੀ ਸ਼ਾਬਾਸ਼ ਮਿਊਲਾ ਸ਼ਾਬਾਸ਼ ਚੱਲ ਮਿਊਲਾ ਅੱਛਾ ਕਾਕੇ ਆ ਦੱਸ ਡਾਰਕ ਹਾਰਸ ਕਿ ਜਦੋਂ ਕਿਸੇ ਨਬੀ ਨੂੰ ਸੱਚਾ ਸਾਬਤ ਕਰਨ ਦਾ ਕੀ ਤਰੀਕਾ ਹੈ ਔਰ ਇਹ ਤਰੀਕਾ ਕਿਹਨੇ ਇਜਾਦ ਕੀਤਾ ਹੈ? ਅੱਲਾ ਨੇ ਕਿ ਉਹਦੇ ਰਸੂਲ ਨੇ? ਹਾਂਜੀ ਨਬੀ ਨੂੰ ਸਾਬਤ ਕਰਨ ਦਾ ਇਹ ਤਰੀਕਾ ਨਹੀਂ ਹੈਗਾ ਕਿ ਕੋਈ ਪੁਰਾਣੇ ਬਾਬਿਆਂ ਨੇ ਜੇ ਕਿਸੇ ਚ ਲਾਸ਼ ਇਬਨ ਖਲਦੂਨ ਲਿਖ ਮੈਂ ਰਿਹਾ ਤੁਹਾਨੂੰ ਇਹ ਸੁਣ ਨਹੀਂ ਲਓ ਕਿਹਾ ਹੁਣ ਜਵਾਬ ਸਵਾਲ ਕੀਤਾ ਜਵਾਬ ਸੁਣੋ ਨਾ ਕਿ ਕਿਸੇ ਲਿਖਿਆ ਜਲਾਸ਼ ਇਬਨ ਇਹ ਉਹਦੇ ਬਾਅਦ ਇਹ ਸਮਝੋ ਕਿ ਇਹ ਜਿਹੜੀ ਤਹਿਰੀਰ ਹੈ ਕਿਸੇ ਸਾਹਮਣੇ ਆਣੀ ਕੋਈ ਨਹੀਂ डार्क हॉर्स ਕਿਤਾਬਾਂ 'ਚ ਲਿਖੀ ਹੋਈ ਹੈ डार्क हॉर्स ਜਵਾਬ ਦੇ कम टू द पॉइंट डार्क हॉर्स कम टू द पॉइंट ਜੀ ਕਮ ਟੂ ਦਾ ਪੁਆਇੰਟ ਆ ਰਿਹਾ ਵਾ ਨਾ ਵੇਖੋ ਇਹ Please, ਨਹੀਂ ਹੈ ਕਿ please, ਜਲਾਸ਼ please. ਪਹਿਲਾਂ ਆਏ ਆਵੇ ਜਲਾਸ਼ ਇਬਨ प्लीज डार्क कम टू द पॉइंट। ਸਾਬਰ ਭਾਈ ਉਹਨਾਂ ਸਵਾਲ ਕੀਤਾ ਵੀ ਕਿ ਨਬੀ ਸੱਚਾ ਸਾਬਤ ਕਰਨ ਦਾ ਕੀ ਤਰੀਕਾ ਹੈ ਉਹਦਾ ਜਵਾਬ ਦੇ ਰਹੇ ਆ तरीका दस दो की है ਜੀ ਤਰੀਕਾ ਹੈ ਵੇ ਕਿ ਇਹ ਕਦੇ ਨਹੀਂ ਹੋ ਸਕਦਾ ਕਿਸੇ ਬਾਬੇ ਨੇ ਲਿਖਿਆ ਆਵੇ यार ये तरीका नहीं है ना ਲਿਖਿਆ ਆਵੇ ना तरीका ਉਹ दसने ਤਹਿਰੀਰਾਂ ਤੁਸੀਂ ਵਿਖਾ ਕੇ ਤੇ ਇਹ ਲੋ ਜੀ ਤੇ ਤੁਹਾਡੇ ਬਾਬੇ ਨੇ ਲਿਖਿਆ ਤੇ ਸਾਡਾ ਨਬੀ ਸੱਚਾ ਵੇ दी। अच्छा मेरा ख्याल है ਤੁਹਾਡੇ ਕੋਲ ਇਹ ਫਿਕਰਾ ਹੈਗਾ ਔਰ ਕੁਝ ਨਹੀਂ ਹੈਗਾ। ਉਹ ਯਾਰ ਫਿਕਰਾ ਕੀ ਹੋ ਗਿਆ ਇਹ ਜੇ ਤਰੀਕਾ ਵੇ ਤੁਸੀਂ ਬਾਬਿਆਂ ਦੀ ਤਰੀਰਾਂ अच्छा मैंने ਵਿਖਾ गल ਕੇ दसो ਆਪਣਾ ਨਬੀ ਸੱਚਾ पे ਕਰਦੇ ਹੋ सब सवाल पूछा है शान आ गए हैं सुन लो शान साहब आ गए हैं डॉक्टर साहब आप म्यूट रखें शान साहब बात करेंगे शान साहब आप कह रहे हैं डार्क हॉर्स साहब को कुछ डॉक्टर पता साहब नहीं। रुक जाइए ये सवाल शान साहब से करते हैं। शान साहब अस्सलाम वालेकुम। ठीक ठाक शान साहब कैसे हैं? यार आपको कोई बीमारी है सलाम करने की? वाकई बात जी। अच्छा शान साहब जी जी सवाल एक रखा गया है कि कोई भी जो नबी है उसकी सदाकत साबित करने के लिए क्या क्राइटेरिया और क्या पैमाना है? चीज़ें यहीं ब्रॉड पे हुसैनी साहब ने फरमाई थी कि पहला कि अल्लाह ताला ने उनको नबी बनाया है, सही, ये एक स्टेटमेंट हो जाए। दूसरा वो 3 चीज़ें होंगी, दूसरा वो खुद यकीन कर लें और तीसरा फिर उसका ऐलान करें। ठीक है, ये 3 चीजें अगर हों तो फिर ये ठीक है वो नबी होता है। ये बात ठीक है? बिल्कुल प्रोबेबल जो का नबी के लिए जब इंसानों को पता चलता है कि कोई बंदा नबी है तो वो बंदा क्लेम करता है कि मुझे अल्लाह ताला ने नबी और रसूल बनाया है, वो मैंने सुन लिया और मैं अपने ऊपर ईमान ले आया हूँ, मैं अल्लाह ताला का नबी और रसूल हूँ। ये बात फिर लोगों को बताता है, आगे लोगों की मर्जी, जिसको उसको चाहे तो सच्चा तस्लीम करें, चाहे तो सच्चा ना तस्लीम करें। खान साहब अब जो पहला जो क्राइटेरिया उसको ले लेते हैं कि नबी को अल्लाह बताता है कि तू नबी है, ये पहला क्राइटेरिया आपने बयान किया, ऐसे ही है खान साहब? जी जी जी। अब ये बताएं कि वो जो नबी को अल्लाह ताला बताता है, वो नबी को बाकी दुनिया को कैसे पता चलता है कि उस नबी को अल्लाह ताला ने बता दिया? किस कुछ पता नहीं चलता, कोई उसका गवाह नहीं। हुसैनी साहब एक मिनट उनसे कर लें देना हुसैनी साहब। जी जी।
मोहम्मद अहमद साहब आपसे अर्ज किया ना कि तीन ये नहीं, हम तीनों को लेके चलते हैं। मैं पहले कर रहा हूँ, बाकी दो को भी लेके साथ चलते हैं। अब तीनों आप इकट्ठा ਭਾਈ ਮੇਰੀ करना ਗੱਲ ਕਰੋ, ਜੇ ਮੈਂ ਚੁੱਪ ਕਰਕੇ ਬੈਠੇ ਆਵਾਂ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਬੋਲਣਾ ਸ਼ੁਰੂ ਹੋ ਜਾਓ। ਗੱਲ ਕਰਦੇ ਨੇ ਉਹ ਕਰਨ ਦੇ ਉਹਨਾਂ ਗੱਲ।